ਹੈਲੋ ਸਟੂਡੈਂਟਸ, ਵੈਲਕਮ ਟੂ ਕੁੱਬਾ ਲਰਨੋਲ ਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰਦੇ ਹੋ, ਸੋ ਸਟੂਡੈਂਟਸ ਅਸੀਂ ਪੀਐਸ ਟੈਟ 2022 ਜੋ ਕਿ ਦਸੰਬਰ ਦੇ ਮਹੀਨੇ ਵਿੱਚ ਹੋਣ ਦੇ ਪੂਰੇ ਚਾਂਸਿਸ ਹਨ। ਉਮੀਦ ਹੈ 14 ਦਸੰਬਰ ਤੱਕ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਔਰ ਲਾਸਟ ਦੇ ਵਿੱਚ ਜਿਹੜਾ ਐਗਜ਼ਾਮ ਹੋਣ ਦੀ ਪੂਰੇ ਜਿਹੜੇ ਨੇ ਚਾਂਸਿਸ ਬਣੇ ਹੋਏ ਨੇ। ਸੋ ਸਟੂਡੈਂਟਸ ਅਸੀਂ ਐਸਐਸਟੀ ਵਿਸ਼ੇ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਅੱਜ ਦਾ ਸਾਡਾ ਲੈਕਚਰ ਹੈ 15 ਨੰਬਰ ਔਰ ਜਿਨ੍ਹਾਂ ਸਟੂਡੈਂਟਸ ਨੇ ਹਜੇ ਤੱਕ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਕਿ ਹਰ ਇੱਕ ਲੋੜਵੰਦ ਬੱਚੇ ਤੱਕ ਆਪਣੀ ਵੀਡੀਓ ਜਿਹੜੀ ਹੈ ਪਹੁੰਚ ਸਕੇ। ਜੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਸਾਡਾ ਪਹਿਲਾ ਪ੍ਰਸ਼ਨ ਹੈ, ਬ੍ਰਿਟੇਨ ਭਾਰਤ ਦਾ ਕਿਹੜਾ ਗਵਰਨਰ ਜਨਰਲ ਬਾਅਦ ਵਿੱਚ ਭਾਰਤ ਦਾ ਵਾਇਸਰਾਏ ਬਣਿਆ? ਦੇਖੋ ਜੀ, ਗਵਰਨਰ ਜਨਰਲ ਦੀ ਉਪਾਧੀ ਜਿਹੜੀ ਹੈ ਖਤਮ ਕੀਤੀ ਗਈ ਸੀ, ਉਸ ਤੋਂ ਬਾਅਦ ਵਾਇਸਰਾਏ ਦੀ ਉਪਾਧੀ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਸੀ। ਤਾਂ ਆਪਾਂ ਈਸਵੀ ਦੀ ਗੱਲ ਕਰ ਲਈਏ ਤਾਂ 1857-58 ਠੀਕ ਹੈ, 57 ਦਾ ਵਿਦਰੋਹ ਹੁੰਦਾ। ਉਸ ਤੋਂ ਬਾਅਦ 58 ਦੇ ਵਿੱਚ ਕੀ ਹੈ, ਤਾਜ ਸ਼ਾਸਨ ਆ ਜਾਂਦਾ ਹੈ। ਮਹਾਰਾਣੀ ਵਿਕਟੋਰੀਆ ਜੀ ਜਿਹੜੇ ਤਾਜ ਸ਼ਾਸਨ ਦੇ ਅਧੀਨ ਇੱਥੇ ਰਾਜ ਕਰਦੇ ਨੇ। ਔਰ ਗੱਲ ਕਰੀਏ ਉਦੋਂ ਪਹਿਲਾਂ ਗਵਰਨਰ ਜਨਰਲ ਕੌਣ ਸੀ ਤੇ ਵਾਇਸਰਾਏ ਕੌਣ ਬਣਿਆ, ਮਤਲਬ ਉਸ ਸਮੇਂ ਗਵਰਨਰ ਜਨਰਲ ਕੌਣ ਸੀ ਜੋ ਕਿ ਭਾਰਤ ਦਾ ਪਹਿਲਾ ਵਾਇਸਰਾਏ ਬਣਿਆ ਸੀਗਾ। ਠੀਕ ਹੈ ਜੀ, ਇਹ ਆਪਣੇ ਕੋਲੋਂ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ। ਏ ਤੇ ਆਪਸ਼ਨ ਹੈ ਲਾਰਡ ਹੈਸਟਿੰਗਸ, ਬੀ ਤੇ ਹੈ ਲਾਰਡ ਕੈਨਿੰਗ, ਸੀ ਤੇ ਹੈ ਲਾਰਡ ਵੈਲਜ਼ਲੀ, ਡੀ ਤੇ ਆਪਣੇ ਕੋਲੇ ਲਾਰਡ ਡਲਹੌਜ਼ੀ। ਤਾਂ ਵਿਦਿਆਰਥੀ ਸਾਥੀਓ ਰਾਈਟ ਆਪਸ਼ਨ ਹੋ ਜਾਏਗੀ ਆਪਣੀ ਲਾਰਡ ਕੈਨਿੰਗ। ਠੀਕ ਹੈ ਜੀ, ਇਹੀ ਸੀਗਾ ਜੋ ਪਹਿਲਾ ਗਵਰਨਰ ਜਨਰਲ ਸੀ ਔਰ ਬਾਅਦ ਦੇ ਵਿੱਚ ਇਸ ਨੂੰ ਵਾਇਸਰਾਏ ਬਣਾ ਦਿੱਤਾ। ਪਹਿਲੇ ਦਾ ਮਤਲਬ ਆਪਣੇ ਸਮੇਂ ਤੋਂ ਪਹਿਲਾਂ। ਠੀਕ ਹੈ, ਪਹਿਲਾਂ ਨਹੀਂ ਮੈਂ ਕਹਿ ਰਿਹਾ, ਨੂਮੈਰੀਕਲ ਅੱਖਰ ਪਹਿਲਾਂ ਨਹੀਂ ਕਹਿ ਰਿਹਾ, ਆਪਣੇ ਸਮੇਂ ਤੋਂ ਪਹਿਲਾਂ ਕੀ ਸੀਗਾ, ਇਹ ਗਵਰਨਰ ਜਨਰਲ ਸੀ। ਉਸ ਤੋਂ ਬਾਅਦ ਕੀ ਬਣ ਗਿਆ ਸੀ, ਵਾਇਸਰਾਏ ਸੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਗਾਂਧੀ ਜੀ ਦਾ ਚੰਪਾਰਨ ਅੰਦੋਲਨ ਸੀ। ਚੰਪਾਰਨ ਅੰਦੋਲਨ ਕੀ ਸੀਗਾ, ਇਹ ਪੁੱਛਿਆ ਗਿਆ ਆਪਣੇ ਕੋਲੋਂ। ਦੇਖੋ ਚੰਪਾਰਨ ਅੰਦੋਲਨ ਆਪਾਂ ਪੜ੍ਹਿਆ ਨਾ, ਚੰਪਾਰਨ, ਉਸ ਤੋਂ ਬਾਅਦ ਕੀ ਪੜ੍ਹਿਆ ਸੀ, NCQ। ਠੀਕ ਹੈ, ਯਾਨੀ ਕਿ ਆਪਾਂ ਮੈਂ ਬੋਲਦਾ ਹੁੰਦਾ NCQF। ਤਾਂ ਇਹ ਗਾਂਧੀ ਜੀ ਦੇ ਮੂਵਮੈਂਟ ਸੀਗੇ ਸਾਰੇ। ਚੰਪਾਰਨ ਦੀ ਗੱਲ ਕਰੀਏ 1917 ਚ ਹੋਇਆ। ਠੀਕ ਹੈ ਜੀ, ਨਾਨ ਕਾਰਪੋਰੇਸ਼ਨ ਆਫ ਇੰਡੀਆ ਕਦੋਂ ਹੋਇਆ ਸੀ, 1920 ਦੇ ਵਿੱਚ। ਸਿਵਲ ਡਿਸਓਬੀਡੈਂਟ ਮੂਵਮੈਂਟ ਇਹ ਕਦੋਂ ਹੋਇਆ ਸੀ, 1930 ਚ। ਕੁਇਟ ਇੰਡੀਆ ਮੂਵਮੈਂਟ ਯਾਨੀ ਕਿ ਭਾਰਤ ਛੱਡੋ ਅੰਦੋਲਨ ਕਦੋਂ ਹੋਇਆ ਸੀ, 1942 ਈਸਵੀ ਦੇ ਵਿੱਚ। ਤਾਂ ਵਿਦਿਆਰਥੀ ਸਾਥੀਓ ਇਹ ਸਨ ਗਾਂਧੀ ਜੀ ਦੇ ਅੰਦੋਲਨ। ਔਰ ਜੇਕਰ ਗੱਲ ਕਰੀਏ ਆਪਾਂ ਚੰਪਾਰਨ ਦੀ, ਤਾਂ ਚੰਪਾਰਨ ਕਦੋਂ ਹੋਇਆ, 1917 ਚ। ਕਿੱਥੇ ਹੋਇਆ ਸੀ, ਬਿਹਾਰ ਚ। ਠੀਕ ਹੈ ਜੀ, ਤਾਂ ਇਹ ਕਿੰਨਾ ਦਾ ਵਿਦਰੋਹ ਸੀਗਾ, ਕਿਸਾਨਾਂ ਦਾ ਸੀਗਾ। ਤਾਂ ਇਹਨਾਂ ਵਿੱਚੋਂ ਆਪਸ਼ਨ ਜਿਹੜੀ ਸਹੀ ਹੋ ਜਾਏਗੀ ਆਪਾਂ ਉਹੀ ਟਿਕ ਕਰ ਦਾਂਗੇ। ਤਾਂ ਇਹ ਦੇ ਆਪਸ਼ਨ ਆਪਣੇ ਕੋਲੇ ਨੀਲ ਉਤਪਾਦਕਾਂ ਦੀਆਂ ਸਮੱਸਿਆਵਾਂ ਦਾ ਹੱਲ ਲਈ, ਬੀ ਤੇ ਆਪਣੇ ਕੋਲੇ ਹਿੰਦੂ ਮੁਸਲਿਮ ਏਕਤਾ ਨੂੰ ਬਣਾਈ ਰੱਖਣ ਲਈ, ਸੀ ਤੇ ਆਪਣੇ ਕੋਲੇ ਸਿਵਲ ਨਾਫਰਮਾਨੀ ਲਈ, ਡੀ ਤੇ ਹਰੀਜਨਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ। ਦੇਖੋ ਵਿਦਿਆਰਥੀ ਸਾਥੀਓ ਕਿਹੜੀਆਂ ਆਪਸ਼ਨਾਂ ਗਲਤ ਹੋ ਜਾਣਗੀਆਂ। ਦੇਖੋ ਜਦੋਂ ਤੁਹਾਨੂੰ ਗਲਤ ਟਿਕ ਕਰਨੀਆਂ ਆ ਗਈਆਂ ਨਾ ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਠੀਕ ਹੈ, ਦੋ ਜਿਹੜੀਆਂ ਨੇ ਉਹ ਗਲਤ ਟਿਕ ਕਰ ਸਕਦੇ ਹੋ, ਤਾਂ ਜਿਹੜੀਆਂ ਰਹਿ ਜਾਣਗੀਆਂ ਦੋ, ਬਸ ਉਹਨਾਂ ਦੇ ਵਿੱਚੋਂ ਕੀ ਹੈ ਤੁਸੀਂ ਆਪਣੀ ਜੱਜਮੈਂਟ ਦੇ ਅਕੋਰਡਿੰਗ ਨਿਸ਼ਾਨ ਲਾਓਗੇ। ਦੇਖੋ ਸਿਵਲ ਨਾਫਰਮਾਨੀ ਡਾਂਡੀ ਮਾਰਚ ਸੀਗਾ, ਤਾਂ ਇਹ ਵੀ ਕੀ ਹੈ, ਰੋਂਗ ਹੋ ਗਈ ਆਪਣੇ ਕੋਲੇ। ਹਿੰਦੂ ਮੁਸਲਿਮ ਏਕਤਾ ਬਣਾਈ ਰੱਖਣ ਲਈ, ਇਹ ਵੀ ਆਪਣੇ ਕੋਲੇ ਰੋਂਗ ਹੋ ਗਈ। ਦੇਖੋ ਕਿਸਾਨਾਂ ਦਾ ਉਹਨਾਂ ਨੇ ਗੱਲ ਕੀਤੀ ਸੀ। ਠੀਕ ਹੈ, ਕਿਸਾਨਾਂ ਇਸ ਅੰਦੋਲਨ ਦੇ ਵਿੱਚ, ਤਾਂ ਕਿਸਾਨ ਕੌਣ ਸਨ, ਨੀਲ ਉਤਪਾਦਕ, ਮਤਲਬ ਕਿ ਉਸ ਸਮੇਂ ਧੱਕੇ ਨਾਲ ਜਿਹੜੀ ਹੈ ਨੀਲ ਦੀ ਖੇਤੀ ਕਰਵਾਈ ਜਾਂਦੀ ਸੀ। ਇਹ ਆਪਸ਼ਨ ਜਿਹੜੀ ਸਹੀ ਹੋ ਜਾਏਗੀ। ਦੇਖੋ ਹਰੀਜਨਾਂ ਦੇ ਅਧਿਕਾਰਾਂ ਲਈ। ਠੀਕ ਹੈ, ਇਹ ਸੀਗਾ ਜਿਹੜਾ ਪਛੜੀਆਂ ਸ਼੍ਰੇਣੀਆਂ ਨੇ ਉਹਨਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਵਾਸਤੇ। ਤਾਂ ਇਹ ਵੀ ਆਪਸ਼ਨ ਜਿਹੜੀ ਹੈ ਗਲਤ ਹੋ ਜਾਏਗੀ। ਤਾਂ ਰਾਈਟ ਆਪਸ਼ਨ ਹੋਏਗੀ ਆਪਣੇ ਕੋਲੇ ਇਹ ਨੀਲ ਉਤਪਾਦਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਜੀ ਸਾਡੇ ਕੋਲੇ ਅੱਜ ਦਾ 3 ਨੰਬਰ ਪ੍ਰਸ਼ਨ ਹੈ, ਗਾਂਧੀ ਗੋਲਮੇਜ ਕਾਨਫਰੰਸ ਦੂਜੀ ਜਿਹੜੀ ਹੋਈ ਸੀਗੀ ਆਪਣੇ ਕੋਲੇ, ਦੂਜੀ ਗੋਲਮੇਜ, ਗਾਂਧੀ ਗੋਲਮੇਜ ਕਾਨਫਰੰਸ ਵੀ ਇਹਨੂੰ ਕਹਿੰਦੇ ਨੇ। ਠੀਕ ਹੈ, RTC ਰਾਉਂਡ ਟੇਬਲ ਕਾਨਫਰੰਸ, ਜੋ ਸਨ 1931 ਵਿੱਚ ਹੋਈ। ਦੇਖੋ 3 ਹੋਈਆਂ ਸੀ, 1930, 31 ਤੇ 32, ਲਗਾਤਾਰ 3 ਸਾਲ ਹੁੰਦੀਆਂ ਰਹੀਆਂ ਸੀ। ਠੀਕ ਹੈ, ਵਿੱਚ ਕਾਂਗਰਸ ਦੇ ਕਿਹੜੇ ਇਕੱਲੇ ਪ੍ਰਤੀਨਿਧੀ ਨੇ ਭਾਗ ਲਿਆ? ਕਾਂਗਰਸ ਦੇ ਕਿਹੜੇ ਇਕੱਲੇ ਪ੍ਰਤੀਨਿਧੀ ਸੀਗੇ? ਏ ਤੇ ਆਪਸ਼ਨ ਹੈ MK ਗਾਂਧੀ, ਬੀ ਤੇ ਮੌਲਾਨਾ ਆਜ਼ਾਦ, ਸੀ ਤੇ ਜਵਾਹਰ ਲਾਲ ਨਹਿਰੂ ਤੇ ਡੀ ਤੇ ਸਰਦਾਰ ਪਟੇਲ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, MK ਗਾਂਧੀ। ਔਰ ਜੇਕਰ ਗੱਲ ਕਰੀਏ ਆਪਾਂ 30 ਤੇ 32 ਦੇ ਵਿੱਚ, ਤਾਂ BR ਅੰਬੇਦਕਰ ਜੀ ਆਪਣੇ ਇੱਕ ਹੋਰ ਸਾਥੀ ਦੇ ਨਾਲ ਜਾਂਦੇ ਨੇ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 4 ਨੰਬਰ ਪ੍ਰਸ਼ਨ ਹੈ, 31 ਦਸੰਬਰ 1929 ਨੂੰ ਕਿਸ ਨੇ ਲਾਹੌਰ ਵਿੱਚ ਰਾਵੀ ਨਦੀ ਦੇ ਕੰਢੇ ਤੇ ਤਿਰੰਗਾ ਫਹਰਾਇਆ ਸੀ? ਦੇਖੋ ਜੀ ਰਾਵੀ ਨਦੀ ਦੇ ਕੰਢੇ ਤੇ ਤਿਰੰਗਾ ਫਹਰਾਉਣ ਵਾਲੇ ਕੌਣ ਸਨ?
ए ਤੇ ਆਪਸ਼ਨ ਹੈ ਸੀ ਆਰ ਦਾਸ, ਚਿਤਰੰਜਨ ਦਾਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਬੀ ਤੇ ਹੈ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਦੇ ਪਿਤਾ ਜੀ ਸਨ। ਸੀ ਤੇ ਮਹਾਤਮਾ ਗਾਂਧੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਡੀ ਤੇ ਹੈ ਜਵਾਹਰ ਲਾਲ ਨਹਿਰੂ, ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਤਾਂ ਹੁਣ ਦੇਖੋ ਆਪਸ਼ਨ ਰਾਈਟ ਕੀ ਹੋ ਜਾਏਗੀ, ਤਾਂ ਆਪਸ਼ਨ ਰਾਈਟ ਹੈ ਆਪਣੀ ਡੀ ਜਵਾਹਰ ਲਾਲ ਨਹਿਰੂ। ਇਹ ਕੌਣ ਸਨ? ਇੱਕ ਤਾਂ ਆਪਣੇ ਪਹਿਲੇ ਪੀਐਮ ਬਣੇ ਸਨ, ਠੀਕ ਹੈ, ਪ੍ਰਾਈਮ ਮਿਨਿਸਟਰ ਯਾਨੀ ਕਿ ਪ੍ਰਧਾਨ ਮੰਤਰੀ ਸਨ। ਔਰ ਕਿਹੜੀ ਡੇਟ ਨੂੰ ਤਿਰੰਗਾ ਫਹਰਾਇਆ? 31 ਦਸੰਬਰ 1929 ਨੂੰ। ਕਿੱਥੇ ਫਹਰਾਇਆ? ਲਾਹੌਰ ਵਿੱਚ। ਨਦੀ ਕਿਹੜੀ ਦੇ ਕੰਢੇ? ਰਾਵੀ ਦੇ। ਇੱਕ ਪ੍ਰਸ਼ਨ ਦੇ ਵਿੱਚ ਆਪਣੇ 4 ਤੋਂ 5 ਜਿਹੜੇ ਨੇ ਪੁਆਇੰਟ ਕਲੀਅਰ ਹੁੰਦੇ ਨੇ, ਫੈਕਟ ਕਲੀਅਰ ਹੁੰਦੇ ਨੇ, ਤਾਂ ਹੀ ਮੇਰੇ ਕਰਾਉਣ ਦਾ ਫਾਇਦਾ ਤੁਹਾਨੂੰ। ਜੇਕਰ ਤੁਸੀਂ ਮੇਰੀਆਂ ਜਿਹੜੀਆਂ ਮੈਂ ਗੱਲਾਂ ਬੋਲ ਰਿਹਾ ਇਹਨਾਂ ਨੂੰ ਵੀ ਕਵਰ ਅਪ ਕਰਦੇ ਜਾਓਗੇ, ਇੱਕ ਇੱਕ ਪ੍ਰਸ਼ਨ ਦੇ ਵਿੱਚ ਆਪਾਂ 4-4 5-5 ਫੈਕਟ ਕਲੀਅਰ ਕਰਾਂਗੇ, ਤਾਂ ਕਿ ਆਪਾਂ ਨੂੰ ਵੱਧ ਤੋਂ ਵੱਧ ਜਿਹੜੇ ਪ੍ਰਸ਼ਨ ਉਹ ਨਾ ਕਰਨੇ ਪੈਣ ਤੇ ਇਹੀ ਇੱਕੋ ਪ੍ਰਸ਼ਨ ਦੇ ਵਿੱਚ ਹੀ ਆਪਾਂ 4-4 5-5 ਕੁਐਸਚਨਾਂ ਦੇ ਆਨਸਰ ਜਿਹੜੇ ਲਈ ਜਾਵਾਂਗੇ। ਅੱਗੇ ਜੀ ਸਾਡੇ ਕੋਲੇ ਅੱਜ ਦਾ 5 ਨੰਬਰ ਪ੍ਰਸ਼ਨ ਹੈ। ਸਨ 1917 ਵਿੱਚ ਮੁਸਲਿਮ ਲੀਗ ਵਿੱਚ ਸ਼ਾਮਿਲ ਹੋਣ ਵਾਲਾ ਰਾਸ਼ਟਰੀ ਨੇਤਾ ਸੀ। ਮੁਸਲਿਮ ਲੀਗ ਦੇ ਵਿੱਚ ਰਾਸ਼ਟਰੀ ਨੇਤਾ ਕਿਹੜਾ ਸ਼ਾਮਿਲ ਹੋਇਆ ਸੀ? ਇਹ ਪੁੱਛਿਆ ਆਪਣੇ ਕੋਲ। ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਹੈ ਸਰ ਸੈयद ਅਹਿਮਦ ਖਾਨ, ਬੀ ਤੇ ਹੈ ਜੀ ਡਾਕਟਰ MA ਅੰਸਾਰੀ, ਸੀ ਤੇ ਹੈ ਮੁਹੰਮਦ ਅਲੀ ਜਿਨਾ, ਔਰ ਡੀ ਤੇ ਆਪਣੇ ਕੋਲੇ ਅਬਦੁਲ ਕਲਾਮ ਆਜ਼ਾਦ। ਤਾਂ ਦੇਖੋ ਜੀ ਇਹਦੇ ਚ ਰਾਈਟ ਆਪਣੀ ਆਪਸ਼ਨ ਕੀ ਹੋ ਜਾਏਗੀ? ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਮੁਹੰਮਦ ਅਲੀ ਜਿਨਾ। ਠੀਕ ਹੈ ਜੀ, ਇਹੀ ਪਹਿਲੇ ਰਾਸ਼ਟਰੀ ਨੇਤਾ ਸੀ ਜਿਹੜੇ ਮੁਸਲਿਮ ਲੀਗ ਦੇ ਵਿੱਚ ਸ਼ਾਮਿਲ ਹੋਏ ਸਨ। ਔਰ ਜੇਕਰ ਗੱਲ ਕਰੀਏ ਤਾਂ ਇਹ ਆਪਣੇ ਪੇਸ਼ੇ ਵਜੋਂ ਕੀ ਸਨ? ਤਾਂ ਇਹ ਵਕੀਲ ਸਨ, ਗਾਂਧੀ ਜੀ ਦੇ ਤਰ੍ਹਾਂ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 6 ਨੰਬਰ ਪ੍ਰਸ਼ਨ ਹੈ। ਜੂਨ 1947 ਵਿੱਚ ਭਾਰਤ ਦੀ 2 ਆਜ਼ਾਦ ਦੇਸ਼ਾਂ ਵਿੱਚ ਵੰਡ ਦੀ ਯੋਜਨਾ ਕਿਸ ਨੇ ਪੇਸ਼ ਕੀਤੀ ਜਾਂ ਕਿਸ ਨੇ ਘੋਸ਼ਿਤ ਕੀਤੀ ਸੀ? ਤਾਂ ਏ ਤੇ ਹੈ ਲਾਰਡ ਮਾਊਂਟਬੈਟਨ, ਬੀ ਤੇ ਹੈ ਇੰਡੀਅਨ ਨੈਸ਼ਨਲ ਕਾਂਗਰਸ, ਸੀ ਤੇ ਹੈ ਲਾਰਡ ਵੈਵਲ, ਤੇ ਡੀ ਤੇ ਆਪਣੇ ਕੋਲੇ ਮੁਸਲਿਮ ਲੀਗ। ਤਾਂ ਆਪਣੇ ਕੋਲੇ ਏ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਠੀਕ ਹੈ, ਜੇਕਰ ਕਰੈਕਟ ਡੇਟ ਪੁੱਛਣ ਤਾਂ ਉਹ ਕਿੰਨੀ ਸੀ? 3 ਜੂਨ 1947। ਇਸ ਤਰੀਕੇ ਦੇ ਨਾਲ ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 7 ਨੰਬਰ ਪ੍ਰਸ਼ਨ ਹੈ। ਡਾਂਡੀ ਮਾਰਚ ਦੇ ਦੌਰਾਨ ਪ੍ਰਸਿੱਧ ਗੀਤ ਕਿਹੜਾ ਸੀਗਾ? ਰਘੁਪਤੀ ਰਾਘਵ ਰਾਜਾ ਰਾਮ। ਕਿਹੜੇ ਮਸ਼ਹੂਰ ਜਿਹੜੇ ਸੰਗੀਤਕਾਰ ਦੁਆਰਾ ਗਾਇਆ ਗਿਆ ਸੀਗਾ? ਪੁੱਛਿਆ ਜੀ ਇਹ ਵਾਲਾ ਜਿਹੜਾ ਗੀਤ ਸੀ ਡਾਂਡੀ ਮਾਰਚ ਦੇ ਦੌਰਾਨ ਕਿਹੜੇ ਮਸ਼ਹੂਰ ਸੰਗੀਤਕਾਰ ਨੇ ਗਾਇਆ ਸੀ? ਤਾਂ ਏ ਤੇ ਆਪਸ਼ਨ ਹੈ ਦਿਗੰਬਰ ਵਿਸ਼ਨੂੰ ਪਲਸਕਰ, ਬੀ ਤੇ ਓਂਕਾਰ ਨਾਥ ਠਾਕੁਰ, ਸੀ ਤੇ ਕ੍ਰਿਸ਼ਨ ਰਾਓ ਸ਼ੰਕਰ ਪੰਡਿਤ, ਡੀ ਤੇ ਆਪਣੇ ਕੋਲੇ ਮਲਿਕਾ ਅਰਜੁਨ ਮਨਸੂਰ। ਤਾਂ ਦੇਖੋ ਜੀ ਰਾਈਟ ਆਪਣੇ ਕੋਲੇ ਆਪਸ਼ਨ ਕੀ ਹੋ ਜਾਏਗੀ? ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਦਿਗੰਬਰ ਵਿਸ਼ਨੂੰ ਪਲਸਕਰ। ਔਰ ਦੇਖੋ ਇਹ ਚੱਲਿਆ ਕਦੋਂ ਤੱਕ ਸੀਗਾ ਡਾਂਡੀ ਮਾਰਚ? ਕਦੋਂ ਤੱਕ ਚੱਲਿਆ ਸੀ? 12 ਮਾਰਚ ਤੋਂ ਲੈ ਕੇ ਤੇ 6 ਅਪ੍ਰੈਲ ਤੱਕ ਚੱਲਿਆ ਸੀ। ਠੀਕ ਹੈ ਜੀ, ਤਾਂ ਡੇਟਾ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਰਾ ਚੁੱਕਿਆ ਨਾ ਸਿਵਲ ਡਿਸਓਬੀਡੈਂਟ ਮੂਵਮੈਂਟ ਦੀ 1930 ਦੇ ਵਿੱਚ। ਅੱਗੇ ਜੀ ਸਾਡੇ ਕੋਲੇ ਚੋਰਾ ਚੋਰੀ ਜਿਹੜੀ ਕੀ ਘਟਨਾ ਹੋਈ ਸੀ ਉੱਤਰ ਪ੍ਰਦੇਸ਼ ਦੇ ਵਿੱਚ, ਸਬੰਧ ਹੈ ਉਸ ਦਾ ਸਬੰਧ ਕਿਹਦੇ ਨਾਲ ਹੈ? ਏ ਤੇ ਆਪਸ਼ਨ ਹੈ ਸਿਵਲ ਨਾਫਰਮਾਨੀ ਅੰਦੋਲਨ ਦੇ ਨਾਲ, ਬੀ ਤੇ ਹੈ ਨਮਕ ਸੱਤਿਆਗ੍ਰਹਿ ਨਾਲ, ਸੀ ਤੇ ਆਪਣੇ ਕੋਲੇ ਭੀੜ ਦੁਆਰਾ ਪੁਲਿਸ ਕਰਮੀਆਂ ਦੀ ਹੱਤਿਆ ਤੇ ਗਾਂਧੀ ਜੀ ਦੁਆਰਾ ਅਸਹਿਯੋਗ ਅੰਦੋਲਨ ਦੀ ਵਾਪਸੀ ਨਾਲ। ਅਸਹਿਯੋਗ ਕਿਹੜਾ ਸੀ? ਕੁਇਟ ਇੰਡੀਆ ਮੂਵਮੈਂਟ, ਭਾਰਤ ਛੱਡੋ ਅੰਦੋਲਨ। ਤੇ ਡੀ ਤੇ ਆਪਣੇ ਕੋਲੇ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਜੋ ਰਾਈਟ ਆਪਣੇ ਕੋਲੇ ਆਪਸ਼ਨ ਹੋ ਜਾਏਗੀ, ਦੇਖੋ ਇਹ ਅਸਹਿਯੋਗ ਭਾਰਤ ਛੱਡੋ ਅੰਦੋਲਨ ਨਹੀਂ ਸੀਗਾ, ਇਹ ਸੀਗਾ ਆਪਣੇ ਕੋਲੇ ਨਾਨ ਕਾਰਪੋਰੇਸ਼ਨ ਮੂਵਮੈਂਟ। ਠੀਕ ਹੈ ਜੀ, ਨਾਨ ਕਾਰਪੋਰੇਸ਼ਨ ਮੂਵਮੈਂਟ। ਮੇਰੇ ਕੋਲੋਂ ਭਾਰਤ ਛੱਡੋ ਅੰਦੋਲਨ ਬੋਲਿਆ ਗਿਆ, ਤਾਂ ਇਹ ਸੀਗਾ ਨਾਨ ਕਾਰਪੋਰੇਸ਼ਨ ਮੂਵਮੈਂਟ ਸੀਗੀ। ਠੀਕ ਹੈ ਜੀ, ਜਿਹੜੀ ਕਿ 1920 ਦੇ ਵਿੱਚ ਚੱਲਦੀ ਹੈ, ਸਟਾਰਟ ਹੁੰਦੀ ਹੈ ਯਾਨੀ ਕਿ। ਤਾਂ ਦੇਖੋ ਇਹਦਾ ਸਬੰਧ ਹੁਣ ਕਿਹਦੇ ਨਾਲ ਹੋਵੇਗਾ? ਇਹਦਾ ਸਬੰਧ ਸੀਗਾ ਜੀ ਭੀੜ ਦੁਆਰਾ ਕਿਸੇ ਪੁਲਿਸ ਕਰਮੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਹਦੇ ਤੋਂ ਬਾਅਦ ਕੀ ਹੈ ਇੱਕ ਵਾਰੀ 5 ਫਰਵਰੀ ਨੂੰ ਟਾਲਿਆ ਗਿਆ ਸੀਗਾ, ਪਰ ਪੂਰਨ ਰੂਪ ਦੇ ਵਿੱਚ ਜਿਹੜਾ 12 ਫਰਵਰੀ 1922 ਨੂੰ ਜਿਹੜਾ ਇਹ ਟਾਲ ਦਿੱਤਾ ਗਿਆ ਸੀ। ਠੀਕ ਹੈ, ਪੂਰਨ ਰੂਪ ਦੇ ਵਿੱਚ। ਅੱਗੇ ਜੀ ਸਾਡੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ। ਪਾਕਿਸਤਾਨ ਦਾ ਵਿਚਾਰ ਕਿਸ ਦੀ ਕਲਪਨਾ ਹੈ? ਵਿਚਾਰ ਪੁੱਛਿਆ ਆਪਣੇ ਕੋਲੋਂ, ਜਾਂ ਆਪਾਂ ਕਹਿ ਦਈਏ ਪਾਕਿਸਤਾਨ ਜਿਹੜਾ ਸ਼ਬਦ ਹੈ ਉਸ ਦੀ ਵਰਤੋਂ ਕਿਸ ਨੇ ਕੀਤੀ ਸੀ? ਕੁਐਸਚਨ ਨੂੰ ਮੋਲਡ ਕਰਕੇ ਪਾਇਆ। ਤਾਂ ਏ ਤੇ ਆਪਣੇ ਕੋਲੇ HS ਸ਼ਹਿਰਵਰਦੀ, ਬੀ ਤੇ ਚੌਧਰੀ ਰਹਿਮਤ ਅਲੀ, ਸੀ ਤੇ ਹੈ ਮੁਹੰਮਦ ਅਲੀ ਜਿਨਾ, ਤੇ ਡੀ ਤੇ ਹੈ ਆਸਿਫ ਅਲੀ।
ਤਾਂ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਬੀ, ਬਿਲਕੁਲ ਸਹੀ ਹੋ ਜਾਏਗੀ, ਚੌਧਰੀ ਰਹਿਮਤ ਅਲੀ। ਔਰ ਜੇਕਰ ਆਪਾਂ ਗੱਲ ਕਰੀਏ ਸਨ ਕਿਹੜੇ ਦੇ ਵਿੱਚ ਮੰਗ ਉੱਠੀ ਸੀਗੀ ਪਾਕਿਸਤਾਨ ਦੀ, ਤਾਂ ਉਹ ਕਿਹੜੀ ਸੀਗੀ 1940 ਦੇ ਵਿੱਚ ਮੁਸਲਿਮ ਲੀਗ ਦੇ ਰਾਹੀਂ ਲਾਹੌਰ ਸੈਸ਼ਨ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ, ਅੱਗੇ ਆ ਸਾਡੇ ਕੋਲੇ ਭਾਰਤ ਵਿੱਚ ਅਸਹਿਯੋਗ ਅੰਦੋਲਨ ਕਿਸ ਨੇ ਸ਼ੁਰੂ ਕੀਤਾ ਸੀ? ਅਸਹਿਯੋਗ ਅੰਦੋਲਨ ਪੁੱਛਿਆ ਆਪਣੇ ਕੋਲੋਂ। ਏ ਤੇ ਆਪਸ਼ਨ ਹੈ JB ਕ੍ਰਿਪਲਾਨੀ, ਬੀ ਤੇ ਆਪਣੇ ਕੋਲੇ ਮਹਾਤਮਾ ਗਾਂਧੀ ਜੀ, ਸੀ ਤੇ ਲੋਕਮਾਨਿਆ ਤਿਲਕ ਜੀ, ਤੇ ਡੀ ਤੇ ਹੈ ਜਵਾਹਰ ਲਾਲ ਨਹਿਰੂ। ਤਾਂ ਦੇਖੋ ਜੀ ਰਾਈਟ ਆਪਸ਼ਨ ਕਿਹੜੀ ਹੋ ਜਾਏਗੀ? ਮਹਾਤਮਾ ਗਾਂਧੀ, ਬੀ ਆਪਸ਼ਨ ਜਿਹੜੀ ਸਹੀ ਹੋ ਜਾਏਗੀ। ਤਾਂ ਇਹ ਚੱਲਿਆ ਕਦੋਂ ਤੋਂ ਲੈ ਕੇ ਕਦੋਂ ਤੱਕ ਸੀ? 1920 ਦੇ ਵਿੱਚ ਚੱਲਿਆ, ਤੇ 1922 ਦੇ ਵਿੱਚ ਚੋਰਾ ਚੋਰੀ ਦੀ ਘਟਨਾ ਹੋਣ ਤੋਂ ਬਾਅਦ ਕੀ ਹੈ, ਇਸ ਨੂੰ ਟਾਲ ਦਿੱਤਾ ਜਾਂਦਾ। ਅੱਗੇ ਪੜਦੇ ਹਾਂ ਜੀ, ਅੱਗੇ ਸਾਡੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ ਹੈ, ਕਰੋ ਜਾਂ ਮਰੋ ਦਾ ਨਾਰਾ ਕਿਸ ਨੇ ਦਿੱਤਾ ਸੀ? ਕਰੋ ਜਾਂ ਮਰੋ ਦਾ ਨਾਰਾ। ਤਾਂ ਏ ਤੇ ਆਪਸ਼ਨ ਹੈ ਜਵਾਹਰ ਲਾਲ ਨਹਿਰੂ, ਬੀ ਤੇ ਮਹਾਤਮਾ ਗਾਂਧੀ ਜੀ, ਸੀ ਤੇ ਹੈ ਚੰਦਰ ਸ਼ੇਖਰ ਆਜ਼ਾਦ, ਡੀ ਤੇ ਹੈ ਸੁਭਾਸ਼ ਚੰਦਰ ਬੋਸ ਜੀ। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਕਰੋ ਜਾਂ ਮਰੋ ਦਾ ਨਾਰਾ ਦੇਣ ਵਾਲੇ ਕੌਣ ਸਨ? ਗਾਂਧੀ ਜੀ ਸਨ। ਵਿਦਿਆਰਥੀ ਸਾਥੀਓ, ਇੱਕ ਇੱਕ ਕੁਐਸਚਨ ਆਪਾਂ ਕੀ ਹੈ ਡੈਪਥ ਦੇ ਨਾਲ ਕਰਨਾ, ਤਾਂ ਕਿ ਤੁਹਾਡੀ ਜਿਹੜੀ ਆ ਸਮਝ ਦੇ ਵਿੱਚ ਵਾਧਾ ਹੋ ਸਕੇ, ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋ ਸਕੇ, ਔਰ ਤੁਸੀਂ ਪ੍ਰਸ਼ਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰ ਲਓ। ਵਿਦਿਆਰਥੀ ਸਾਥੀਓ, ਜੇਕਰ ਤੁਸੀਂ ਸਾਡੇ ਇਸ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ, ਤਾਂ ਕਿ ਸਾਡੀਆਂ ਜਿਹੜੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅੱਗੇ ਵਧਦੇ ਹਾਂ ਜੀ, ਅੱਗੇ ਸਾਡੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜੇ ਅੰਦੋਲਨ ਵਿੱਚ ਮਹਾਤਮਾ ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸੀ? ਦੇਖੋ ਗਾਂਧੀ ਜੀ ਨੇ ਨਾਰਾ ਦਿੱਤਾ ਸੀ ਕਰੋ ਜਾਂ ਮਰੋ ਦਾ, ਕਿਹੜੇ ਅੰਦੋਲਨ 'ਚ ਦਿੱਤਾ ਸੀਗਾ? ਹੁਣ ਆਪਣੇ ਕੋਲੋਂ ਇਹ ਪੁੱਛਿਆ। ਏ ਤੇ ਆਪਸ਼ਨ ਹੈ ਡਾਂਡੀ ਮਾਰਚ, ਬੀ ਤੇ ਖਿਲਾਫਤ ਅੰਦੋਲਨ, ਸੀ ਤੇ ਭਾਰਤ ਛੱਡੋ ਅੰਦੋਲਨ, ਤੇ ਡੀ ਤੇ ਆਪਣੇ ਕੋਲੇ ਅਸਹਿਯੋਗ ਅੰਦੋਲਨ, ਭਾਰਤ ਛੱਡੋ ਅੰਦੋਲਨ। ਇਹ ਆਪਣੀ ਆਪਸ਼ਨ ਜਿਹੜੀ ਹੈ ਸਹੀ ਹੋ ਜਾਏਗੀ, ਕੁਇਟ ਇੰਡੀਆ ਮੂਵਮੈਂਟ। ਕਦੋਂ ਸ਼ੁਰੂ ਕੀਤੀ ਗਈ ਸੀ? 1942 ਦੇ ਵਿੱਚ। ਕਿਸ ਤੋਂ ਬਾਅਦ ਕੀਤੀ ਗਈ ਸੀ ਸ਼ੁਰੂ? ਕ੍ਰਿਪਸ ਮਿਸ਼ਨ ਦੇ ਫੇਲ ਹੋਣ ਤੋਂ ਬਾਅਦ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਕ੍ਰਿਪਸ ਮਿਸ਼ਨ ਦੇ ਫੇਲ ਹੋਣ ਤੋਂ ਬਾਅਦ। ਅੱਗੇ ਜੀ ਸਾਡੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਯਾਨੀ ਕਿ INC ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ? ਜੇਕਰ ਭਾਰਤੀ ਪੁੱਛਣਾ ਤਾਂ ਉਹ ਸੀਗੇ ਸਰੋਜਨੀ ਨਾਇਡੂ। ਹੁਣ ਪਹਿਲੀ ਓਵਰਆਲ ਪੁੱਛੀ ਆਪਣੇ ਕੋਲੋਂ, ਤਾਂ ਆਪਾਂ ਇੱਥੋਂ ਦੇਖ ਕੇ ਦੱਸਾਂਗੇ ਆਨਸਰ ਕੀ ਸਹੀ ਹੋਏਗਾ। ਤਾਂ ਏ ਤੇ ਆਪਸ਼ਨ ਹੈ ਵਿਜੇ ਲక్ష్ਮੀ ਪੰਡਿਤ, ਬੀ ਤੇ ਐਨੀ ਬੇਸੈਂਟ, ਸੀ ਤੇ ਰਾਜਕੁਮਾਰੀ ਅੰਮ੍ਰਿਤ ਕੌਰ, ਡੀ ਤੇ ਇੰਦਰਾ ਗਾਂਧੀ। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਐਨੀ ਬੇਸੈਂਟ। ਐਨੀ ਬੇਸੈਂਟ ਜੀ ਇੰਡੀਆ ਵਿੱਚ ਆਏ ਸਨ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ। ਠੀਕ ਹੈ ਜੀ, ਵਿਵੇਕਾਨੰਦ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇੰਡੀਆ ਵਿੱਚ ਆਏ ਸਨ। ਔਰ ਹੋਮ ਰੂਲ ਦੀ ਆਪਾਂ ਕਵਾਂਗੇ ਜਿਹੜੀ ਸਥਾਪਨਾ ਉਹ ਵੀ ਇਹਨਾਂ ਨੇ ਕੀਤੀ ਸੀ ਮਦਰਾਸ ਤੋਂ, ਇਸ ਤਰੀਕੇ ਦੇ ਨਾਲ। ਅੱਗੇ ਜੀ ਸਾਡੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਦਾ ਗਠਨ ਕਦੋਂ ਹੋਇਆ? ਗਠਨ ਪੁੱਛਿਆ ਜੀ। ਏ ਤੇ ਆਪਸ਼ਨ 1869, ਬੀ ਤੇ ਆਪਣੇ ਕੋਲੇ 1947, ਸੀ ਤੇ 1885, ਤੇ ਡੀ ਤੇ 1914 ਈਸਵੀ। ਤਾਂ ਦੇਖੋ ਜੀ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, 1885 ਚ ਹੋਇਆ। ਏ.ਓ. ਹਿਊਮ ਦੇ ਦੁਆਰਾ ਕੀਤਾ ਗਿਆ ਸੀਗਾ। ਠੀਕ ਹੈ ਜੀ, ਏ.ਓ. ਹਿਊਮ ਸੀਗਾ। ਇਹ ਅੰਗਰੇਜ਼ ਅਧਿਕਾਰੀ ਸੀ ਔਰ ਅੰਗਰੇਜ਼ਾਂ ਨੇ ਹੀ ਕਰਵਾਈ ਸੀ। ਉਹ ਚਾਹੁੰਦੇ ਸਨ ਕਿ ਜਿਹੜੀਆਂ ਮੰਗਾਂ ਅਸੀਂ ਮੰਨਣੀਆਂ ਚਾਹੁੰਦੇ ਹਾਂ ਉਹੀ ਮੰਗਾਂ ਜਿਹੜੀਆਂ ਕਾਂਗਰਸ ਦੇ ਥਰੂ ਸਾਡੇ ਕੋਲੇ ਆਉਣ, ਫਾਲਤੂ ਦੀਆਂ ਜਿਹੜੀਆਂ ਮੰਗਾਂ ਨੇ ਨਾ ਆਉਣ। ਇੱਕ ਚਾਲ, ਇੱਕ ਛੜਯੰਤਰ ਦੇ ਰਾਹੀਂ ਉਹਨਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਰਵਾਈ ਸੀ, ਤਾਂ ਕਿ ਜਿਹੜੇ ਨੇ ਲੋਕ ਕ੍ਰਾਂਤੀਕਾਰੀ ਨਾ ਬਣ ਸਕਣ। ਔਰ ਦੂਜਾ ਨੰਬਰ, ਜੇਕਰ ਗੱਲ ਕਰੀਏ ਆਪਾਂ ਕਿ ਇਸ ਦੀ ਜਿਹੜੀ ਪਹਿਲੀ ਬੈਠਕ ਕਿੱਥੇ ਹੋਈ ਸੀ ਜਾਂ ਇਹ ਬਣੀ ਕਿੱਥੇ ਸੀਗੀ, ਤਾਂ ਬਣਨੀ ਸੀਗੀ ਪੂਨੇ 'ਚ। ਪਰ ਉੱਥੇ ਕੀ ਸੀ? ਪਲੇਗ ਦੀ ਬਿਮਾਰੀ ਸ਼ੁਰੂ ਸੀਗੀ। ਠੀਕ ਹੈ, ਪੱਪੇ ਤੋਂ ਯਾਦ ਰੱਖ ਲਿਓ। ਤਾਂ ਫਿਰ ਇਸ ਦੀ ਜਿਹੜੀ ਬੈਠਕ ਉਹ ਕਿੱਥੇ ਹੋਈ? ਮੁੰਬਈ 'ਚ ਹੋਈ। 72 ਡੈਲੀਗੇਟ ਸੀਗੇ ਜਿਹੜੇ ਭਾਗ ਲੈਣ ਵਾਲੇ ਸੀ। ਠੀਕ ਹੈ, ਅੱਗੇ ਪੜਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ INC ਦਾ ਪਹਿਲਾ ਪ੍ਰਧਾਨ ਕੌਣ ਸੀ? ਪ੍ਰਧਾਨ ਪੁੱਛ ਲਿਆ ਇੱਥੇ ਆਪਣੇ ਕੋਲੋਂ। ਏ ਤੇ ਸੁਭਾਸ਼ ਚੰਦਰ ਬੋਸ, ਸੀ ਤੇ ਜਵਾਹਰ ਲਾਲ ਨਹਿਰੂ, ਬੀ ਤੇ ਹੈ ਮਹਾਤਮਾ ਗਾਂਧੀ, ਸੀ ਤੇ ਜਵਾਹਰ ਲਾਲ ਨਹਿਰੂ, ਤੇ ਡੀ ਤੇ ਹੈ WC ਬੈਨਰਜੀ। ਠੀਕ ਹੈ, ਤਾਂ ਇਹੀ ਇਨਸਾਨ ਸਨ ਵਿਮੇਸ਼ ਚੰਦਰ ਬੈਨਰਜੀ ਜੀ, ਜੋ ਕਿ ਭਾਰਤ ਦੇ ਕਾਂਗਰਸ ਦੇ ਪਹਿਲੇ ਪ੍ਰਧਾਨ ਬਣੇ ਸਨ। ਠੀਕ ਹੈ, ਇੱਕ ਗੱਲ ਹੋਰ ਯਾਦ ਰੱਖਿਓ, ਸਭ ਤੋਂ ਪੁਰਾਣੀ ਪਾਰਟੀ ਹੈ ਜਿਹੜੀ ਕਾਂਗਰਸ ਹੈ। ਠੀਕ ਹੈ ਜੀ, BJP ਵੀ ਬਾਅਦ ਦੇ ਵਿੱਚ ਹੋਣ ਦੇ ਵਿੱਚ ਆਈ, ਜਿਹੜੀ ਮੌਜੂਦਾ ਸਮੇਂ 'ਚ ਹੁਣ ਵੀ ਚੱਲ ਰਹੀ ਹੈ। ਔਰ ਅਕਾਲੀ ਦਲ ਵੀ ਆਪਾਂ ਕਵਾਂਗੇ ਬਾਅਦ ਦੇ ਵਿੱਚ। ਅਕਾਲੀ ਦਲ ਤਾਂ 1920 ਦੀ ਗੱਲ ਆ, ਉਦੋਂ ਹੋਣ ਦੇ ਵਿੱਚ ਆਇਆ ਸੀਗਾ। ਅੱਗੇ ਸਾਡੇ ਕੋਲੇ ਜੀ ਅੱਜ ਦਾ 16 ਨੰਬਰ ਪ੍ਰਸ਼ਨ ਹੈ,
ਭਾਰਤੀ ਰਾਸ਼ਟਰੀ ਕਾਂਗਰਸ ਦਾ ਗਠਨ ਕਿਸ ਨੇ ਕੀਤਾ ਸੀ? ਇਹ ਕੁਐਸਚਨ ਆਪਾਂ ਪਹਿਲਾਂ ਵੀ ਮੈਂ ਉੱਪਰ ਕਰਵਾ ਦਿੱਤਾ ਹੈ। ਤਾਂ ਏ ਤੇ ਆਪਸ਼ਨ ਹੈ ਏਓ ਹਿਊਮ, ਬੀ ਤੇ ਸੀਆਰ ਦਾਸ, ਸੀ ਤੇ ਦਾਦਾ ਭਾਈ ਨੌਰੋਜੀ, ਡੀ ਤੇ ਆਪਣੇ ਕੋਲੇ ਸੁਰਿੰਦਰਨਾਥ ਬੈਨਰਜੀ। ਤਾਂ ਏਓ ਹਿਊਮ ਜਿਹੜੀ ਆਪਣੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਠੀਕ ਹੈ, ਸੀਆਰ ਦਾਸ ਜੀ ਨੂੰ ਵੀ ਤੁਸੀਂ ਜਾਣਦੇ ਹੋਣੇ ਹੋ, ਸਵਰਾਜ ਪਾਰਟੀ ਦੀ ਜਿਹੜੀ ਸਥਾਪਨਾ ਕੀਤੀ ਸੀ ਇਹਨਾਂ ਨੇ 1923 ਦੇ ਵਿੱਚ। ਠੀਕ ਹੈ, ਇਹ ਚੀਜ਼ਾਂ ਯਾਦ ਰੱਖਣਾ। ਔਰ ਜੇਕਰ ਮੈਂ ਗੱਲ ਕਰ ਲਾਂ ਦਾਦਾ ਭਾਈ ਨੌਰੰਜੀ, ਇਹਨਾਂ ਨੂੰ ਕੀ ਕਿਹਾ ਜਾਂਦਾ? ਗ੍ਰੈਂਡ 올ਡ ਮੈਨ ਆਫ ਇੰਡੀਆ। ਠੀਕ ਹੈ, ਬਜ਼ੁਰਗ ਆਦਮੀ ਆਪਾਂ ਕਵਾਂਗੇ ਇੰਡੀਆ ਦੇ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਨੇ ਸੰਪੂਰਨ ਸੁਤੰਤਰਤਾ ਦਾ ਆਪਣਾ ਟੀਚਾ ਕਦੋਂ ਘੋਸ਼ਿਤ ਕੀਤਾ ਸੀ? ਕਿ ਅਸੀਂ ਜਿਹੜੇ ਆ ਸੁਤੰਤਰ ਹੋ ਜਾਵਾਂਗੇ ਜਾਂ ਹੋ ਚੁੱਕੇ ਆ? ਏ ਤੇ ਆਪਸ਼ਨ ਹੈ 1931, ਬੀ ਤੇ 1930, ਸੀ ਤੇ 1929 ਤੇ ਡੀ ਤੇ ਆਪਣੇ ਕੋਲੇ 1928। ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। 1929 ਦੇ ਵਿੱਚ ਹੀ ਜਿਹੜੀ ਆ ਸੁਤੰਤਰ ਦਾ ਇਹਨਾਂ ਨੇ ਆਪਣਾ ਟੀਚਾ ਜਿਹੜਾ ਉਹ ਘੋਸ਼ਿਤ ਕਰਤਾ ਸੀ। 1931 ਦੇ ਵਿੱਚ ਕੀ ਹੋਇਆ ਸੀ? ਗਾਂਧੀ ਜੀ ਜਿਹੜੇ ਨੇ ਰਾਉਂਡ ਟੇਬਲ ਕਾਨਫਰੰਸ ਲਈ ਸੈਕਿੰਡ ਸੀਗੀ, ਇਹ ਲੰਡਨ ਜਾਂਦੇ ਨੇ। 1930 ਦੇ ਵਿੱਚ ਪਹਿਲੀ ਰਾਉਂਡ ਟੇਬਲ ਕਾਨਫਰੰਸ ਹੋਈ ਸੀਗੀ। 1928 ਦੇ ਵਿੱਚ ਕੀ ਸੀ? ਸਾਈਮਨ ਕਮਿਸ਼ਨ ਭਾਰਤ ਆਇਆ ਸੀ, ਜਦੋਂ ਲਾਲਾ ਲਾਜਪਤ ਰਾਏ ਜੀ ਕੀ ਹੈ ਸ਼ਹੀਦੀ ਪਾ ਗਏ ਸਨ। ਇਸ ਤਰੀਕੇ ਦੇ ਨਾਲ ਜਿਹੜੀਆਂ ਆਪਾਂ ਆਪਸ਼ਨਾਂ ਉਹ ਵੀ ਕਲੀਅਰ ਕੀਤੀਆਂ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਵਿੱਚ ਇੱਕ ਆਮ ਮੀਟਿੰਗ ਹੋਈ ਸੀ। ਦੇਖੋ ਜੀ, ਆਮ ਮੀਟਿੰਗ ਕਿਸ ਵਾਸਤੇ ਹੋਈ ਸੀ? ਇਹ ਆਪਣੇ ਕੋਲ ਪ੍ਰਸ਼ਨ 'ਚ ਪੁੱਛਿਆ ਗਿਆ। ਏ ਤੇ ਆਪਸ਼ਨ ਹੈ ਸਵਰਾਜ ਦੀ ਮੰਗ ਲਈ, ਬੀ ਤੇ ਹੈ ਰੋਲਟ ਐਕਟ ਵਿਰੁੱਧ ਰੋਸ ਪ੍ਰਗਟ ਕਰਨ ਵਾਸਤੇ, ਸੀ ਤੇ ਹੈ ਪ੍ਰਸਿੱਧ ਨੇਤਾਵਾਂ ਦੀ ਗ੍ਰਿਫਤਾਰੀ ਵਿਰੁੱਧ ਰੋਸ ਪ੍ਰਗਟ ਕਰਨ ਲਈ। ਇੱਥੇ ਪ੍ਰਗਟ ਆਣਾ ਸੀ। ਠੀਕ ਹੈ ਜੀ। ਔਰ ਡੀ ਤੇ ਆਪਣੇ ਕੋਲੇ ਇੱਕ ਹੜਤਾਲ ਦੇ ਆਯੋਜਨ ਲਈ। ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਕਿਉਂ? ਕਿਉਂਕਿ ਜਿਹੜਾ ਭਾਰਤੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਜਿਹੜੇ ਮੇਨ ਨੇਤਾ ਸੀਗੇ, ਦੋ ਗ੍ਰਿਫਤਾਰ ਕੀਤੇ ਗਏ ਸਨ, ਸਤਿਆਪਾਲ ਜੀ ਔਰ ਕਿਚਲੂ ਜੀ। ਠੀਕ ਹੈ, ਸਤਿਆਪਾਲ ਤੇ ਕਿਚਲੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਕਰਕੇ ਕੀ ਆ ਲੋਕ ਇਕੱਠੇ ਹੋਏ ਸਨ। ਕਿੱਥੇ? ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ। ਹੁਣ ਉੱਥੇ ਕਾਹਤੋਂ ਇਕੱਠੇ ਹੋਏ ਸਨ? ਆਪਾਂ ਕਵਾਂਗੇ ਰੋਲਟ ਐਕਟ ਦੇ ਅਧੀਨ ਕੀ ਆ, ਲੋਕਾਂ ਨੂੰ ਬਿਨਾਂ ਨੋ ਅਪੀਲ, ਨੋ ਦਲੀਲ ਔਰ ਨੋ ਹੀ ਵਕੀਲ। ਠੀਕ ਹੈ, ਇਸ ਦੇ ਅਧੀਨ ਕੀ ਸੀ? ਲੋਕਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰਤਾ ਸੀ ਅੰਗਰੇਜ਼ਾਂ ਨੇ। ਕੀ ਮਤਲਬ? ਬਿਨਾਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ, ਦੇਸ਼ ਬੰਧੂ ਦੇ ਤੌਰ ਤੇ ਕਿਸ ਨੂੰ ਜਾਣਿਆ ਜਾਂਦਾ ਹੈ? ਦੇਸ਼ ਬੰਧੂ ਦੇ ਤੌਰ ਤੇ ਪੁੱਛਿਆ ਆਪਣੇ ਕੋਲੋਂ। ਤਾਂ ਏ ਤੇ ਆਪਸ਼ਨ ਹੈ ਰਜਿੰਦਰ ਪ੍ਰਸਾਦ ਨੂੰ, ਬੀ ਤੇ ਸੀਆਰ ਦਾਸ ਯਾਨੀ ਕਿ ਚਿਤਰੰਜਨ ਦਾਸ ਨੂੰ, ਸੀ ਤੇ ਆਪਣੇ ਕੋਲੇ ਆਚਾਰਿਆ ਨਰਿੰਦਰ ਦੇਵ ਨੂੰ, ਤੇ ਡੀ ਤੇ ਜੀਐਸ ਖਰਪੜੇ ਨੂੰ। ਠੀਕ ਹੈ ਜੀ। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਆਪਣੇ ਕੋਲੇ ਇੱਥੇ ਸੀਆਰ ਦਾਸ ਯਾਨੀ ਕਿ ਚਿਤਰੰਜਨ ਦਾਸ ਨੂੰ ਦੇਸ਼ ਬੰਧੂ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅੱਗੇ ਹੈ ਜੀ 20 ਨੰਬਰ ਪ੍ਰਸ਼ਨ ਹੈ ਆਪਣੇ ਕੋਲੇ, ਗ੍ਰੈਂਡ 올ਡ ਮੈਨ ਆਫ ਇੰਡੀਆ ਇਜ਼ ਨੋਨ ਐਜ਼। ਗ੍ਰੈਂਡ 올ਡ ਮੈਨ ਆਫ ਇੰਡੀਆ ਕਿਹਨਾਂ ਨੂੰ ਕਿਹਾ ਜਾਂਦਾ ਸੀ? ਇਹ ਤੇ ਆਪਸ਼ਨ ਹੈ ਸੁਭਾਸ਼ ਚੰਦਰ ਬੋਸ, ਬੀ ਤੇ ਦਾਦਾ ਭਾਈ ਨੌਰੋਜੀ, ਸੀ ਤੇ ਆਪਣੇ ਕੋਲੇ ਬਾਲ ਗੰਗਾਧਰ ਤਿਲਕ, ਡੀ ਤੇ ਆਪਣੇ ਕੋਲੇ ਮਹਾਤਮਾ ਗਾਂਧੀ ਜੀ ਨੂੰ। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਦਾਦਾ ਭਾਈ ਨੌਰੋਜੀ ਨੂੰ ਗ੍ਰੈਂਡ 올ਡ ਮੈਨ ਆਫ ਇੰਡੀਆ ਕਿਹਾ ਜਾਂਦਾ ਸੀਗਾ। ਅੱਗੇ ਪੜ੍ਹਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 21 ਨੰਬਰ ਪ੍ਰਸ਼ਨ ਹੈ, ਭਾਰਤੀਆਂ ਦਾ ਭਾਰਤੀ ਸਿਵਲ ਸੇਵਾ ICS ਵਿੱਚ ਪ੍ਰਵੇਸ਼ ਡੈਸ਼ ਦੁਆਰਾ ਸੰਭਵ ਹੋਇਆ ਸੀ। ਕਿਵੇਂ ਸੰਭਵ ਹੋਇਆ ਸੀਗਾ? ਇਹ ਪ੍ਰਸ਼ਨ 'ਚ ਆਪਣੇ ਕੋਲੋਂ ਪੁੱਛਿਆ ਗਿਆ। ਤਾਂ ਏ ਤੇ ਆਪਸ਼ਨ ਹੈ ਲਾਰਡ ਰਿਪਨ, ਬੀ ਤੇ ਲਾਰਡ ਲਿਟਨ ਆਉਣਾ ਸੀ ਇੱਥੇ, ਸੀ ਤੇ ਲਾਰਡ ਕੈਨਿੰਗ, ਤੇ ਡੀ ਤੇ ਲਾਰਡ ਡਲਹੌਜੀ। ਤਾਂ ਲਾਰਡ ਡਲਹੌਜੀ ਹੀ ਸਨ ਜਿਨ੍ਹਾਂ ਨੇ ICS ਦੀਆਂ ਪ੍ਰੀਖਿਆਵਾਂ ਭਾਰਤੀਆਂ ਦੇ ਵਾਸਤੇ ਖੋਲ ਦਿੱਤੀਆਂ ਸਨ, ਕਿ ਭਾਰਤੀ ਵੀ ਜਿਹੜਾ ਸਿਵਲ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਦੇ ਸਕਦੇ ਹਨ। ਔਰ ਆਪਾਂ ਕਵਾਂਗੇ ਕਿ ਸਤਿੰਦਰਨਾਥ ਟੈਗੋਰ ਜੀ ਜਿਹੜੇ ਸਨ, ਸਤਿੰਦਰਨਾਥ ਯਾਦ ਰੱਖਿਓ, ਪਹਿਲੇ ਕੀ ਸੀ ICS ਚੁਣੇ ਗਏ ਸੀ। ਔਰ ਜੇਕਰ ਗੱਲ ਕਰੀਏ ਲਾਰਡ ਰਿਪਨ ਦੇ ਬਾਰੇ ਵਿੱਚ, ਤਾਂ ਇਹ ਕੌਣ ਸਨ? ਉਦਾਰਵਾਦੀ। ਠੀਕ ਹੈ, ਲਾਰਡ ਹੋਏ ਹਨ ਉਦਾਰਵਾਦੀ। ਔਰ ਹੁਣ ਜੇਕਰ ਗੱਲ ਕਰ ਲਈ ਕੈਨਿੰਗ ਦੀ, ਤਾਂ ਇਹਨਾਂ ਬਾਰੇ ਤੁਸੀਂ ਜਾਣਦੇ ਹੋ, 1857 ਈਸਵੀ ਵਾਲੇ ਨੇ, ਜਿਨ੍ਹਾਂ ਨੇ ਕੀ ਸੀ ਤਾਜ ਸ਼ਾਸਨ ਨੂੰ ਇੱਥੇ ਲਿਆਂਦਾ ਸੀ। ਆਪਾਂ ਕਹਾਂਗੇ ਇਹਨਾਂ ਦੇ ਸਮੇਂ ਵਿੱਚ ਆਇਆ ਸੀ, ਤੇ ਇਹੀ ਪਹਿਲੇ ਵਾਇਸਰਾਏ ਭਾਰਤ ਦੇ ਬਣੇ ਸਨ। ਠੀਕ ਹੈ, ਅੰਤਿਮ ਗਵਰਨਰ ਜਨਰਲ। ਅੱਗੇ ਜੀ ਸਾਡੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ, ਅਲੀਗੜ੍ਹ ਅੰਦੋਲਨ ਜਾਂ ਸਕੂਲ ਖਾਸ ਤੌਰ ਤੇ ਕਿਸ ਦੇ ਨਾਂ ਨਾਲ ਜਾਣਿਆ ਜਾਂਦਾ? ਅਲੀਗੜ੍ਹ ਅੰਦੋਲਨ ਜਾਂ ਅਲੀਗੜ੍ਹ ਸਕੂਲ, ਇਹਨੂੰ ਕਿਹਦੇ ਨਾਮ ਨਾਲ ਜੁੜਿਆ ਹੋਇਆ ਹੈ? ਠੀਕ ਹੈ,
ए ते ऑप्शन अपने कोले लियाकत अली खान, बी ते है नवाब अब्दुल लतीफ, सी ते है सैयद अहमद खान ते डी ते है MA जिन्ना। ता राइट ऑप्शन की हो जाएगी सी ऑप्शन, जी बिल्कुल सही हो जाएगी सैयद अहमद खान, जिन्हों का की है नाम जुड़िया होया है अलीगढ़ अंदोलन जा अलीगढ़ स्कूल दे नाल। इस तरीके दे नाल अगे बढ़ते हैं जी। अगे साडे कोले अज दा 23 नंबर प्रश्न है, भारती पुनर जागृति दा पिता किस नूं कहा जांदा? पुनर जागृति दा पिता पूछा अपने कोलों, तो ए ते ऑप्शन है स्वामी दयानंद सरस्वती, बी ते रविंद्रनाथ टैगोर, सी ते अपने कोले राजा राम मोहन राय, डी ते है GK गोखले यानी कि गोपाल कृष्ण गोखले। तो अपने कोले राइट ऑप्शन की हो जाएगी जी राजा राम मोहन राय। तो यही कौन सन? आधुनिक भारत के निर्माता सन और पहले आधुनिक मनुख कहांगे आपां, ठीक है, पहले आधुनिक नागरिक जां मनुख सन। अगे बढ़ते हैं जी। अगे साडे कोले अज दा 24 नंबर प्रश्न है, 1857 ईस्वी विच जिहड़ा क्रांति हुई सी जां विद्रोह होया सी, तां ओहदे पहले शहीद कौन सन? ए ते ऑप्शन है बहादुर शाह, बी ते तांतिया टोपे, सी ते है मंगल पांडे और डी ते है रानी झांसी, झांसी दी रानी, ठीक है जी। तो झांसी दे विचों लड़ी सी जिहड़ी। तो देखो राइट ऑप्शन की हो जाएगी। देखो पहला तो मैं गल करा, पहला जिहड़ा अंदोलन उठिया सीगा बैरकपुर छावनी तो चरबी वाले कारतूसां दे करके उठिया, ठीक है जी। और जिन्हां ने उठाया सी वो कौन सन? सेनापति सन, ठीक है, मतलब कि सैनिक सन। और इन्हां दी बटालियन पुछ लीए तो केड़ी सी जां कंपनी केड़ी सी? 34वीं NIC, ये भी याद रखियो, पेपर च भी पूछ सकते हैं, ठीक है जी। तो हुण जेकर आपां गल करिए, इन्हां ने मना करता सी जिहड़े चरबी वाले कारतूस सी उन्हां नूं सुट्टण तो कदों कीता सी? 29 फरवरी 1857 ईस्वी च, ठीक है जी। ਜਿਹੜੇ कारतूसां ਦੇ ਉੱਪਰ ਚਰਬੀ ਲੱਗੀ ਹੁੰਦੀ ਸੀ, ਇਹ ਕਹਿੰਦੇ ਸੀਗੇ ਕਿ ਅਸੀਂ ਜਿਹੜੇ ਉਹ ਛਿੱਲ ਕੇ ਨਹੀਂ ਚਲਾ ਸਕਦੇ। ਔਰ ਇੱਕ ਸ਼ਹੀਦ ਕੌਣ ਹੋਏ ਸਨ? ਤਾਂ ਆਪਾਂ ਇਹਨਾਂ ਆਪਸ਼ਨਾਂ ਦੇ ਵਿੱਚੋਂ ਦੇਖਿਆ ਸੀ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਮੰਗਲ ਪਾਂਡੇ ਜੀ ਜਿਹੜੇ ਨੇ ਪਹਿਲੇ ਸ਼ਹੀਦ ਹੋਏ ਸਨ, ਜੋ ਕਿ ਸੈਨਿਕ ਵੀ ਸਨ, ਠੀਕ ਹੈ। ਕੀ ਸੀਗਾ? ਇਹਨਾਂ ਨੇ ਜਿਹੜੇ 2 ਅੰਗਰੇਜ਼ ਅਧਿਕਾਰੀ ਮਾਰ ਦਿੱਤੇ ਸੀਗੇ, ਠੀਕ ਹੈ ਜੀ। 2 अंग्रेज अधिकारी मारे, जिस तो बाद इन्हों 28 अप्रैल ਨੂੰ फांसी ਦਿੱਤੀ ਜਾਂਦੀ ਹੈ। ਓਕੇ ਜੀ, ਇਹ ਚੀਜ਼ਾਂ ਜਿਹੜੀਆਂ ਤੁਸੀਂ ਚੰਗੀ ਤਰ੍ਹਾਂ ਸਮਝਣੀਆਂ ਨੇ। ਅੱਗੇ ਜੀ ਸਾਡੇ ਕੋਲੇ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਖਿਲਾਫਤ ਅੰਦੋਲਨ ਡੈਸ਼ ਦੁਆਰਾ ਸ਼ੁਰੂ ਕੀਤਾ ਗਿਆ? ਕਿਹਦੇ ਦੁਆਰਾ ਜਿਹੜਾ ਸ਼ੁਰੂ ਕੀਤਾ ਗਿਆ ਸੀ? ਦੇਖੋ ਖਿਲਾਫਤ ਅੰਦੋਲਨ ਕੀ ਸੀਗਾ? ਜਿਹੜੇ ਖਲੀਫਾ ਜੀ ਸਨ ਇਹਨਾਂ ਦਾ ਸਨਮਾਨ ਵਾਪਸ ਕਰਵਾਉਣ ਦੇ ਵਾਸਤੇ ਕੀ ਹੈ ਖਿਲਾਫਤ ਅੰਦੋਲਨ ਜਿਹੜਾ ਸ਼ੁਰੂ ਕੀਤਾ ਗਿਆ ਸੀ, ठीक है जी। तो यह कदों तो लैके कदों तक चलिया सीगा? 1919 तो लैके 24 तक चलिया सीगा, ठीक है जी। गांधी जी दे सिविल डिसओबीडेंट मूवमेंट दे विच की है शिरकत की, इकट्ठे हो गए सन, पर गांधी जी ने जिहड़ा सी 1922 दे विचों खत्म कर दिता सी चोरा चोरी की घटना होने तो बाद। पर यह वाला अंदोलन सी जिहड़ा 1924 तक चलता रहा सी। ਹੁਣ ਇਹਨਾਂ ਚ ਆਪਸ਼ਨ ਕਿਹੜੀ ਰਾਈਟ ਹੋ ਜਾਏਗੀ? ਇਹ ਤੇ ਆਪਸ਼ਨ ਆ ਫਾਰੂਕ, ਇੱਥੇ ਆਣਾ ਸੀ ਫਾਰੂਕ ਅਲੀ ਅਹਿਮਦ, ਬੀ ਤੇ ਹੈ ਡਾਕਟਰ ਜ਼ਾਕਿਰ ਹੁਸੈਨ, ਸੀ ਤੇ ਹੈ ਮੁਹੰਮਦ ਅਲੀ ਜਿਨਾ ਤੇ ਡੀ ਤੇ ਹੈ ਅਲੀ ਬ੍ਰਦਰਸ। ਤਾਂ ਇਹ ਅਲੀ ਬ੍ਰਦਰ ਹੀ ਸਨ, 2 ਭਰਾ ਸਨ, ਠੀਕ ਹੈ ਜੀ। 2 ਭਰਾ ਸਨ ਜਿਹੜੇ ਕਿ ਖਿਲਾਫਤ ਅੰਦੋਲਨ ਨੂੰ ਸ਼ੁਰੂ ਕਰਨ ਵਾਲੇ ਸਨ। ਜੇਕਰ ਕਰੈਕਟ ਨਾਮ ਪੁੱਛ ਲੈਣ, ਕਈ ਵਾਰੀ ਬਣ ਜਾਂਦਾ ਨਾ ਮੁਹੰਮਦ ਅਲੀ ਦੇ ਨਾਲ ਕਿਸ ਨੇ ਜਿਹੜਾ ਹੋਰ, ਜਾਂ ਫਿਰ ਭਰਾ ਪੁੱਛ ਲੈਣ ਜਾਂ ਕਿਸ ਨੇ ਹੋਰ ਖਿਲਾਫਤ ਅੰਦੋਲਨ ਦੇ ਵਿੱਚ ਸ਼ੁਰੂ ਵਿੱਚ ਸ਼ਿਰਕਤ ਕੀਤੀ, ਤਾਂ 2 ਭਰਾ ਕੌਣ ਸਨ? ਪਹਿਲਾ ਸੀਗਾ ਮੁਹੰਮਦ ਅਲੀ, ਠੀਕ ਹੈ ਜੀ, ਮੁਹੰਮਦ ਅਲੀ। ਔਰ ਜੇਕਰ ਗੱਲ ਕਰੀਏ ਦੂਜਾ ਭਰਾ ਕਿਹੜਾ ਸੀ, ਤਾਂ ਉਹ ਸ਼ੌਕਤ ਅਲੀ ਸੀਗਾ, ਠੀਕ ਹੈ ਜੀ। ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਚੰਗੀ ਤਰ੍ਹਾਂ ਸਮਝਣੀਆਂ ਹਨ। ਵਿਦਿਆਰਥੀ ਸਾਥੀ, ਆਜ਼ਾਦੀ ਦੇ ਅੰਦੋਲਨ ਕਾਲ ਵਿੱਚ ਭਾਰਤ ਦੇ ਲੋਕਾਂ ਦੁਆਰਾ ਆਜ਼ਾਦੀ ਦੀ ਪ੍ਰਤੀਗਿਆ ਕਦੋਂ ਲਈ ਗਈ? यानी कि आजादी दिहाड़ा जिहड़ा कदों तो मनाया जाता सी, यही क्वेश्चन दे विच पूछा गया। तो ए ते ऑप्शन अपने कोले 26 जनवरी 1931, बी ते है 12 मार्च 1930, सी ते है 26 जनवरी 1930, डी ते अपने कोले 31 दसंबर 1929। तो आजादी का पहला दिहाड़ा जिहड़ा वो मनाया जाता है जी 26 जनवरी 1930 तो लैके 1947 तक मनाते आए हाँ। और जिहड़ा अपना संविधान है बन गया सी 1949 च, ठीक है, लास्ट च बनया सी। तो अपने कोले की सीगा जिहड़ा दिहाड़े दा डे सीगा वो आना सी 26 जनवरी नूं। तो इस करके जिहड़ा 26 जनवरी 1950 नूं जिहड़ा संविधान लागू किया गया सीगा। अगे वधदे हां जी। अगे साडे कोले अज दा दूजा प्रश्न है, बंगाल प्रांत दे
ਦੋ ਹਿੱਸਿਆਂ ਵਿੱਚ ਜਿਹੜੀ ਵੰਡ ਸੀਗੀ ਉਹ ਲਾਰਡ ਕਰਜ਼ਨ ਨੇ ਹੁਕਮ ਕਦੋਂ ਦਿੱਤੇ ਸਨ? ਦੇਖੋ ਪਹਿਲਾਂ ਤਾਂ ਕੁਐਸਚਨ ਦੇ ਵਿੱਚ ਇੱਕ ਕਲੀਅਰ ਹੋ ਗਿਆ ਕਿ ਬੰਗਾਲ ਦੀ ਵੰਡ ਜਿਹੜੀ ਹੈ ਕਿਹਨੇ ਕੀਤੀ ਸੀ? ਲਾਰਡ ਕਰਜ਼ਨ ਨੇ। ਇਸ ਵੀ ਪੁੱਛੀ ਹੈ ਜੀ ਕਿਹੜੀ ਕੀਤੀ, ਕਿਹੜੀ ਦੇ ਵਿੱਚ ਕੀਤੀ ਸੀਗੀ? ਤਾਂ A ਤੇ ਆਪਸ਼ਨ ਹੈ 1905, B ਤੇ 1904, C ਤੇ 1903 ਤੇ D ਤੇ 1902। ਤਾਂ ਵਿਦਿਆਰਥੀ ਸਾਥੀਓ ਰਾਈਟ ਆਨਸਰ ਹੋ ਜਾਏਗਾ 1905। ਦੇਖੋ ਨੀਚੇ ਵਿਦਿਆਰਥੀ ਜੋ ਕਮੈਂਟ ਦੇ ਵਿੱਚ ਆਨਸਰ ਦੇ ਰਹੇ ਹਨ ਉਹ ਮੈਚ ਕਰਦੇ ਜਾਣ। ਜੇਕਰ ਮੈਂ ਕੱਲੇ ਕੱਲੇ ਦਾ ਜਵਾਬ ਦਊਂਗਾ ਤਾਂ ਆਪਣੀ ਵੀਡੀਓ ਵੱਡੀ ਵੀ ਹੋ ਜਾਏਗੀ। ਔਰ ਆਪਣੇ ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 3 ਨੰਬਰ ਪ੍ਰਸ਼ਨ ਹੈ। ਅੱਧੀ ਰਾਤ ਨੂੰ ਜਦੋਂ ਸਾਰੀ ਦੁਨੀਆ ਸੋ ਰਹੀ ਹੋਵੇਗੀ, ਭਾਰਤ ਜ਼ਿੰਦਗੀ ਤੇ ਆਜ਼ਾਦੀ ਦੀ ਲੜਾਈ ਪ੍ਰਾਪਤੀ ਲਈ ਜਾਗੇਗਾ। ਇਹ ਸ਼ਬਦ ਕਿੰਨੇ ਕਹੇ ਸਨ ਕਿ ਜਦੋਂ ਸਾਰੀ ਦੁਨੀਆ ਸੋ ਰਹੀ ਹੋਵੇਗੀ ਤਾਂ ਭਾਰਤ ਜਿਹੜਾ ਆਪਣੀ ਆਜ਼ਾਦੀ ਤੇ ਜ਼ਿੰਦਗੀ ਦੇ ਵਾਸਤੇ ਕੀ ਹੈ? ਜਾਗੇਗਾ। ਤਾਂ A ਤੇ ਆਪਸ਼ਨ ਹੈ ਜਵਾਹਰ ਲਾਲ ਨਹਿਰੂ, B ਤੇ ਸਰਦਾਰ ਪਟੇਲ ਨੇ, C ਤੇ ਮਹਾਤਮਾ ਗਾਂਧੀ ਜੀ ਨੇ ਤੇ D ਤੇ ਹੈ GB ਪੰਤ ਨੇ। ਤਾਂ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਜਵਾਹਰ ਲਾਲ ਨਹਿਰੂ ਜੀ ਨੇ ਇਹ ਸ਼ਬਦ ਕਹੇ ਸਨ। ਔਰ ਇਹ ਵੀ ਯਾਦ ਰੱਖਣਾ ਜਵਾਹਰ ਲਾਲ ਨਹਿਰੂ ਜੀ ਤੋਂ ਕਿ ਇਹ ਸਾਡੇ ਪਹਿਲੇ PM ਬਣੇ ਸਨ। ਠੀਕ ਹੈ ਜੀ, ਪ੍ਰਾਈਮ ਮਿਨਿਸਟਰ ਜਾਂ ਪ੍ਰਧਾਨ ਮੰਤਰੀ ਆਪਾਂ ਗੱਲ ਕਰੀਏ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 4 ਨੰਬਰ ਪ੍ਰਸ਼ਨ ਹੈ। ਭਾਰਤੀ ਰਾਸ਼ਟਰੀ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਡੈਸ਼ ਵਿੱਚ ਹੋਏ ਇਜਲਾਸ ਵਿੱਚ ਕੀ ਸੀ? ਪੂਰਾ ਕੀਤਾ ਸੀਗਾ। ਠੀਕ ਹੈ, ਮਤਲਬ ਕਿਹੜਾ ਸੈਸ਼ਨ ਹੋਇਆ ਸੀ ਜਦੋਂ ਪੂਰਨ ਸਵਰਾਜ ਦਾ ਮਤਾ ਜਿਹੜਾ ਪਾਸ ਕਰ ਦਿੱਤਾ ਸੀਗਾ? ਤਾਂ A ਤੇ ਆਪਸ਼ਨ ਆਪਣੇ ਕੋਲੇ ਕਰਾਚੀ, B ਤੇ ਲਾਹੌਰ, C ਤੇ ਕਲਕੱਤਾ, D ਤੇ ਇਲਾਹਾਬਾਦ। ਤਾਂ ਦੇਖੋ ਜੀ ਇਹਦਾ ਰਾਈਟ ਆਪਸ਼ਨ ਕੀ ਹੋ ਜਾਏਗੀ? ਲਾਹੌਰ ਸੈਸ਼ਨ ਦੇ ਵਿੱਚ। ਜੇਕਰ ਇਸ ਵੀ ਪੁੱਛ ਲੈਣ ਤਾਂ ਕਿੰਨੀ ਸੀਗੀ? 1929 ਵਿੱਚ। ਠੀਕ ਹੈ ਜੀ, ਇਹ ਚੀਜ਼ ਵੀ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਵਧਦੇ ਹਾਂ ਜੀ। ਭਾਰਤ ਛੱਡੋ ਅੰਦੋਲਨ ਜਿਹੜਾ ਕਦੋਂ ਸ਼ੁਰੂ ਹੋਇਆ ਸੀ? ਵਿਦਿਆਰਥੀ ਸਾਥੀਓ ਦੇਖੋ ਗਾਂਧੀ ਜੀ ਦੇ ਅੰਦੋਲਨ ਮੈਂ ਤੁਹਾਨੂੰ ਇੰਪੋਰਟੈਂਟ ਦੱਸੇ ਸੀ। ਚੰਪਾਰਨ NCQ। ਠੀਕ ਹੈ, ਮੈਂ NCQF ਬੋਲਦਾ ਹੁੰਦਾ ਜਿਹੜੇ ਵਿਸ਼ੇ ਹੁੰਦੇ ਨੇ, ਤਾਂ ਉੱਥੋਂ ਯਾਦ ਰੱਖ ਲੈਣਾ NCQ ਤੱਕ। ਚੰਪਾਰਨ ਜਿਹੜਾ ਸੀ 1917 ਚ ਹੋਇਆ। ਨਾਨ ਕਾਰਪੋਰੇਸ਼ਨ ਮੂਵਮੈਂਟ ਜਿਹੜੀ ਸੀ ਉਹ ਕਦੋਂ ਹੋਈ ਸੀ? 1920 ਦੇ ਵਿੱਚ। ਸਿਵਲ ਡਿਸਓਬੀਡੈਂਟ ਮੂਵਮੈਂਟ ਯਾਨੀ ਕਿ ਡਾਂਡੀ ਮਾਰਚ ਤਾਂ ਉਹ ਕਦੋਂ ਹੋਇਆ ਸੀਗਾ? 30 ਦੇ ਵਿੱਚ। ਕੁਇਟ ਇੰਡੀਆ ਮੂਵਮੈਂਟ ਯਾਨੀ ਕਿ ਭਾਰਤ ਛੱਡੋ ਅੰਦੋਲਨ ਤਾਂ 1942 ਦੇ ਵਿੱਚ ਹੋਈ ਸੀ। ਠੀਕ ਹੈ, ਤਾਂ 1942 ਇੱਕ ਤਾਂ ਯਾਦ ਰੱਖ ਲੈਣਾ ਕਿ ਕੁਇਟ ਇੰਡੀਆ ਭਾਰਤ ਛੱਡੋ ਅੰਦੋਲਨ ਹੋਇਆ ਸੀ। ਤਾਂ ਹੁਣ ਉਹਨਾਂ ਨੇ ਆਪਾਂ ਨੂੰ ਮਹੀਨਾ ਪੁੱਛ ਲਿਆ। ਠੀਕ ਹੈ, ਮਹੀਨਾ ਜਾਂ ਡੇਟ ਪੁੱਛ ਲੈਣ ਤਾਂ ਉਹ ਵੀ ਤੁਹਾਨੂੰ ਦੱਸਦੇ ਆ। A ਤੇ ਆਪਸ਼ਨ ਹੈ ਅਕਤੂਬਰ 1942, B ਤੇ ਆਪਣੇ ਕੋਲੇ ਸਤੰਬਰ 1942, C ਤੇ ਅਗਸਤ 1942 ਤੇ D ਤੇ ਪਿਆ ਜੀ ਜੁਲਾਈ 1942। ਤਾਂ ਦੇਖੋ ਜੀ ਰਾਈਟ ਡੇਟ ਸੀਗੀ ਜਿਹੜੀ 9 ਅਗਸਤ 1942। ਠੀਕ ਹੈ, ਤਾਂ ਇੱਥੇ ਹੀ ਗਾਂਧੀ ਜੀ ਨੇ ਨਾਰਾ ਦਿੱਤਾ ਸੀ ਇਸੇ ਹੀ ਦਿਨ ਕਰੋ ਜਾਂ ਮਰੋ ਦਾ। ਇਹ ਵੀ ਯਾਦ ਰੱਖ ਲੈਣਾ। ਡੇਟ ਪੁੱਛ ਲੈਣ ਕਿ ਕਦੋਂ ਨਾਰਾ ਦਿੱਤਾ ਸੀ? 8 ਅਗਸਤ 1942 ਨੂੰ। ਔਰ ਇੱਥੇ ਗਾਂਧੀ ਜੀ ਨੂੰ ਗ੍ਰਿਫਤਾਰ ਕਰਕੇ ਪੂਨਾ ਭੇਜ ਦਿੱਤਾ ਸੀ। ਠੀਕ ਹੈ ਜੀ, 9 ਅਗਸਤ ਨੂੰ ਗ੍ਰਿਫਤਾਰ ਕਰ ਲਿਆ। ਠੀਕ ਹੈ, 8 ਅਗਸਤ ਨੂੰ ਅੰਦੋਲਨ ਸ਼ੁਰੂ ਹੁੰਦਾ ਤੇ 9 ਅਗਸਤ ਨੂੰ ਗ੍ਰਿਫਤਾਰ ਕਰਕੇ ਪੂਨਾ ਦੀ ਜਿਹੜੀ ਜੇਲ੍ਹ ਸੀਗੀ ਆਗਾ ਖਾਨ ਉੱਥੇ ਭੇਜ ਦਿੱਤਾ ਸੀ। ਠੀਕ ਹੈ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਯਾਦ ਰੱਖਣੀਆਂ ਹਨ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਮਹਾਤਮਾ ਗਾਂਧੀ ਜੀ ਦਾ ਰਾਜਨੀਤਿਕ ਗੁਰੂ ਪੁੱਛਿਆ ਆਪਣੇ ਕੋਲੋਂ। ਕੌਣ ਸੀਗਾ ਰਾਜਨੀਤਿਕ ਗੁਰੂ? A ਤੇ ਵਿਨੋਬਾ ਭਾਵੇ, B ਤੇ GK ਗੋਖਲੇ, C ਤੇ ਮੋਤੀ ਲਾਲ ਨਹਿਰੂ ਤੇ D ਤੇ ਲੋਕਮਾਨਿਆ ਤਿਲਕ। ਤਾਂ ਆਪਣੇ ਕੋਲੇ ਜੋ ਇਹਨਾਂ ਦਾ ਰਾਈਟ ਆਪਸ਼ਨ ਹੋ ਜਾਏਗੀ ਜੀ GK ਗੋਖਲੇ। ਇਹ ਸੀਗੇ ਰਾਜਨੀਤਿਕ ਗੁਰੂ। ਜੇਕਰ ਪੁੱਛ ਲੈਣ ਅਧਿਆਤਮਿਕ ਗੁਰੂ, ਅਧਿਆਤਮਿਕ ਯਾਨੀ ਕਿ ਸਪਿਰਿਚੁਅਲ ਆਪਾਂ ਗੱਲ ਕਰ ਰਹੀਏ ਤਾਂ ਉਹ ਕੌਣ ਸਨ? ਤਾਂ ਉਹ ਲੂਈ ਟਾਲਸਟਾਏ ਸਨ। ਠੀਕ ਹੈ, ਲੂਈ ਟਾਲਸਟਾਏ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਯਾਦ ਰੱਖਣੀਆਂ ਨੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਭਗਤ ਸਿੰਘ ਅਤੇ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ। ਦੇਖੋ ਕਿੱਥੇ ਦਿੱਤੀ ਗਈ ਸੀ? ਕਦੋਂ ਦਿੱਤੀ ਗਈ ਸੀ ਔਰ ਕਿੱਥੇ ਦਿੱਤੀ ਗਈ ਸੀ ਇਹ ਵੀ ਆਪਾਂ ਪੜ੍ਹਦੇ ਹਾਂ। ਠੀਕ ਹੈ ਜੀ, ਤਾਂ ਇਹ ਤੇ ਆਪਸ਼ਨ ਹੈ ਫਰਵਰੀ 1935, B ਤੇ ਅਪ੍ਰੈਲ 1930, C ਤੇ ਮਾਰਚ 1931 ਤੇ D ਤੇ ਅਪ੍ਰੈਲ 1920। ਦੇਖੋ ਆਪਾਂ ਨੂੰ ਪਤਾ ਨਾ 23 ਮਾਰਚ 1931 ਨੂੰ ਦਿੱਤੀ ਗਈ ਸੀ ਫਾਂਸੀ। ਔਰ ਬਾਅਦ ਦੇ ਵਿੱਚ ਕੀ ਸੀਗਾ? ਇਹਨਾਂ ਦਾ ਸਮਾਧੀ ਸਥਲ ਵੀ ਬਣਿਆ ਹੋਇਆ ਫਿਰੋਜ਼ਪੁਰ ਦੇ ਕੋਲ ਹੁਸੈਨੀ ਵਾਲਾ। ਤਾਂ ਇਹਨਾਂ ਦੀਆਂ ਜਿਹੜੀਆਂ ਅੱਧ ਸੜੀਆਂ ਲਾਸ਼ਾਂ ਸੀਗੀਆਂ ਜਿਹੜੀਆਂ ਉਹ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤੀਆਂ ਗਈਆਂ ਸਨ। ਔਰ ਜੇਕਰ ਗੱਲ ਕਰੀਏ ਇਹਨਾਂ ਨੂੰ ਫਾਂਸੀ ਦਿੱਤੀ ਕਿੱਥੇ ਗਈ ਸੀ, ਜਿਹੜਾ ਮੇਰਾ ਪਹਿਲਾ ਪ੍ਰਸ਼ਨ ਸੀਗਾ, ਤਾਂ ਉਹ ਕਿੱਥੇ ਦਿੱਤੀ ਗਈ ਸੀ? ਤਾਂ ਲਾਹੌਰ ਦੀ ਸੈਂਟਰਲ ਜੇਲ੍ਹ 'ਚ ਦਿੱਤੀ ਗਈ ਸੀ। ਠੀਕ ਹੈ ਜੀ, ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਯਾਦ ਰੱਖਣੀਆਂ ਨੇ। ਦੇਖੋ ਮੈਂ ਇੱਕ ਪ੍ਰਸ਼ਨ ਦੇ ਵਿੱਚੋਂ ਤੁਹਾਨੂੰ 4-4 5-5 ਫੈਕਟ ਕਲੀਅਰ ਕਰਵਾ ਰਿਹਾ। ਸਾਡੇ ਕੁੱਬਾ ਲਰਨੋਲ ਜੀ ਫ੍ਰੀ ਐਜੂਕੇਸ਼ਨਲ ਚੈਨਲ ਦਾ ਮੇਨ ਮੋਟੀਵੇਟ ਇਹੀ ਹੈ ਕਿ ਤੁਹਾਨੂੰ ਡੈਪਥ ਦੇ ਨਾਲ ਸਮਝਾਇਆ ਜਾਵੇ ਤਾਂ ਕਿ ਪੇਪਰ ਵਿੱਚ ਕੋਈ ਵੀ ਮੋਲਡ ਕਰਕੇ ਪ੍ਰਸ਼ਨ ਆਉਂਦਾ ਤਾਂ ਤੁਸੀਂ ਉਹਦੇ ਆਨਸਰ ਦੇਣ ਜੋਗੇ ਕਾਬਲ ਹੋਵੋ, ਤਿਆਰ ਹੋ ਜਾਓ। ਅੱਗੇ ਜੀ ਸਾਡੇ ਕੋਲੇ ਅੱਜ ਦਾ 8 ਨੰਬਰ ਪ੍ਰਸ਼ਨ ਹੈ। ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਭਾਰਤ ਦਾ ਗਵਰਨਰ ਜਨਰਲ ਬਣਿਆ ਸੀ। ਆਜ਼ਾਦੀ ਪ੍ਰਾਪਤ ਤੋਂ ਬਾਅਦ ਕੌਣ ਬਣਿਆ ਸੀ?
ए ते ऑप्शन है सरदार पटेल, बी ते BR अंबेडकर, सी ते डॉक्टर ਰਜਿੰਦਰ ਪ੍ਰਸਾਦ ਤੇ ਡੀ ਤੇ ਸੀ ਰਾਜਾ ਗੋਪਾਲਚਾਰੀ। ਦੇਖੋ ਗਵਰਨਰ ਜਨਰਲ ਦੀ ਮੈਂ ਗੱਲ ਕਰਾਂ 1857 ਤੋਂ ਬਾਅਦ ਕਿਸੇ ਗਵਰਨਰ ਜਨਰਲ ਦੀ ਉਪਾਧੀ ਖਤਮ ਕਰਕੇ ਨਾ ਵਾਇਸਰਾਏ ਲਾ ਦਿੱਤਾ ਸੀ। ਠੀਕ ਹੈ, ਤਾਂ ਆਪਣਾ ਪਹਿਲਾ ਵਾਇਸਰਾਏ ਕੌਣ ਬਣਿਆ ਸੀਗਾ ਇੰਡੀਆ ਦਾ? ਅੰਗਰੇਜ਼ ਸੀਗਾ ਉਹ ਲਾਰਡ ਕੈਨਿੰਗ। ਪਹਿਲਾਂ ਗਵਰਨਰ ਜਨਰਲ ਸੀ, ਬਾਅਦ ਚ ਵਾਇਸਰਾਏ ਬਣ ਗਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਦੇਸ਼ ਆਜ਼ਾਦ ਹੁੰਦਾ ਤਾਂ ਫਿਰ ਗਵਰਨਰ ਜਨਰਲ ਜਿਹੜੇ ਇੱਥੇ ਸ਼ੁਰੂ ਕਰਨ ਲੱਗਦੇ ਨੇ, ਪਰ ਫਿਰ ਬੰਦ ਹੋ ਜਾਂਦਾ। ਇੱਕ ਹੀ ਬਣਦਾ ਤਾਂ ਉਹ ਕੌਣ ਸੀਗਾ? ਰਾਜਾ ਗੋਪਾਲਚਾਰੀ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ, ਮਹਾਤਮਾ ਗਾਂਧੀ ਦੀ ਗ੍ਰਿਫਤਾਰੀ ਤੋਂ ਬਾਅਦ ਨਮਕ ਸੱਤਿਆਗ੍ਰਹਿ ਦੀ ਜਿਹੜਾ ਅੰਦੋਲਨ ਸੀਗਾ ਉਸ ਦੀ ਵਾਗਡੋਰ ਕਿੰਨੇ ਸੰਭਾਲ ਲਈ ਸੀ? ਤਾਂ ਏ ਤੇ ਆਪਸ਼ਨ ਹੈ ਸਰੋਜਨੀ ਨਾਇਡੂ, ਬੀ ਤੇ ਵਿਨੋਬਾ ਭਾਵੇ, ਸੀ ਤੇ ਅਬਾਸ ਤੈਬਜੀ ਤੇ ਡੀ ਤੇ ਖਾਨ ਅਬਦੁੱਲਾ ਗਫਾਰ ਖਾਨ। ਤਾਂ ਦੇਖੋ ਜੀ ਇਹਦਾ ਰਾਈਟ ਆਪਸ਼ਨ ਕੀ ਹੋ ਜਾਏਗੀ ਆਪਣੇ ਕੋਲੇ? ਅਬਾਸ ਤੈਬਜੀ ਨੇ। ਦੇਖੋ ਨਮਕ ਸੱਤਿਆਗ੍ਰਹਿ ਹੁਣ ਕਦੋਂ ਸ਼ੁਰੂ ਹੋਇਆ ਸੀ? ਸਿਵਲ ਡਿਸਓਬੀਡੈਂਟ ਮੂਵਮੈਂਟ ਡਾਂਡੀ ਮਾਰਚ ਵਾਲਾ 1930 ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖ ਲਿਆ ਜੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 10 ਨੰਬਰ ਪ੍ਰਸ਼ਨ ਹੈ, ਸਵਰਾਜ ਦੀ ਰਾਸ਼ਟਰੀ ਮੰਗ ਸਭ ਤੋਂ ਪਹਿਲਾਂ ਕੀਤੀ ਗਈ ਕਿਹਦੇ ਦੁਆਰਾ ਕੀਤੀ ਗਈ ਸੀ? ਸਵਰਾਜ ਦੀ ਰਾਸ਼ਟਰੀ ਮੰਗ। ਤਾਂ ਇਹ ਤੇ ਆਪਸ਼ਨ ਹੈ BG ਤਿਲਕ, ਬਾਲ ਗੰਗਾਧਰ ਤਿਲਕ, ਬੀ ਤੇ ਆਪਣੇ ਕੋਲੇ ਦਾਦਾ ਭਾਈ ਨੌਰੋਜੀ, ਸੀ ਤੇ ਜਵਾਹਰ ਲਾਲ ਨਹਿਰੂ, ਡੀ ਤੇ ਚਿਤਰੰਜਨ ਦਾਸ। ਤਾਂ ਇਹਦਾ ਰਾਈਟ ਆਪਸ਼ਨ ਕੀ ਹੋ ਜਾਏਗੀ ਆਪਣੇ ਕੋਲੇ? BG ਤਿਲਕ ਦੇ ਦੁਆਰਾ ਕੀਤੀ ਗਈ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ ਹੈ, ਭਾਰਤ ਨੂੰ ਉਮੀਦ ਕੇਵਲ ਆਮ ਲੋਕਾਂ ਤੋਂ ਹੈ, ਉੱਚ ਸ਼੍ਰੇਣੀਆਂ ਦਾ ਸਰੀਰਕ ਅਤੇ ਨੈਤਿਕ ਤੌਰ ਤੇ ਪਤਨ ਹੋ ਚੁੱਕਿਆ। ਸ਼ਬਦ ਕਿੰਨੇ ਕਹੇ ਸਨ? ਮਤਲਬ ਆਮ ਲੋਕਾਂ ਤੋਂ ਉਮੀਦ ਹੈ, ਜਿਵੇਂ 1857 ਈਸਵੀ ਦੇ ਵਿੱਚ ਜਿਹੜੇ ਗਰੀਬ ਲੋਕ ਹੀ ਜਿਹੜੇ ਜ਼ਿਆਦਾ ਲੜੇ ਸਨ, ਉਹ ਵੱਡੇ ਲੋਕਾਂ ਨੇ ਭਾਗ ਨਹੀਂ ਸੀ ਲਿਆ। ਉਹੀ ਗੱਲਾਂ ਜਿਹੜੀਆਂ ਨੇ ਕਹੀਆਂ ਗਈਆਂ ਕਿ ਜਿਹੜੇ ਆਜ਼ਾਦੀ ਦੀ ਲੜਾਈ ਆ ਉਹ ਆਮ ਲੋਕ ਲੜ ਰਹੇ ਹਨ, ਜਿਹੜੇ ਉੱਚ ਸ਼੍ਰੇਣੀ ਦੇ ਲੋਕ ਨੇ ਉਹ ਨਹੀਂ ਲੜ ਰਹੇ। ਤਾਂ ਇਹ ਸ਼ਬਦ ਜਿਹੜੇ ਕਿੰਨੇ ਕਹੇ ਸੀਗੇ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਹੈ ਸਵਾਮੀ ਵਿਵੇਕਾਨੰਦ, ਬੀ ਤੇ ਮਹਾਤਮਾ ਗਾਂਧੀ ਜੀ ਨੇ, ਸੀ ਤੇ ਗੋਪਾਲ ਕ੍ਰਿਸ਼ਨ ਗੋਖਲੇ ਜੀ ਤੇ ਡੀ ਤੇ ਹੈ ਬਾਲ ਗੰਗਾਧਰ ਤਿਲਕ। ਤਾਂ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ, ਸਵਾਮੀ ਵਿਵੇਕਾਨੰਦ ਜੀ ਨੇ ਇਹ ਸ਼ਬਦ ਕਹੇ ਸਨ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ ਹੈ, ਜਦੋਂ ਪਾਕਿਸਤਾਨ ਦੀ ਮੰਗ ਦਾ ਮਤਾ ਪਾਸ ਹੋ ਗਿਆ ਤਾਂ ਉਹ ਜਿਹੜਾ ਇਜਲਾਸ ਸੀਗਾ ਮੁਸਲਿਮ ਲੀਗ ਦਾ ਉਹ ਕਿੱਥੇ ਹੋ ਰਿਹਾ ਸੀ ਜਾਂ ਉਹ ਕਿੱਥੇ ਹੋਇਆ ਸੀਗਾ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਹੈ ਬੰਬਈ ਵਿੱਚ, ਬੀ ਤੇ ਹੈ ਲਾਹੌਰ ਵਿੱਚ, ਸੀ ਤੇ ਕਰਾਚੀ ਵਿੱਚ, ਡੀ ਤੇ ਕਲਕੱਤਾ। ਮੋਸਟਲੀ ਵਿਦਿਆਰਥੀ ਇਹੀ ਸੋਚ ਰਹੇ ਹੋਣਗੇ ਮੁੰਬਈ ਤੇ ਜਾਂ ਲਾਹੌਰ ਸੋਚੀ ਜਾਂਦੇ ਹੋਣਗੇ, ਪਰ ਇਹ ਆਪਸ਼ਨ ਜਿਹੜੀ ਹੈ ਗਲਤ ਹੈ ਜੀ। ਕਰਾਚੀ ਜਿਹੜੀ ਆਪਸ਼ਨ ਹੈ ਬਿਲਕੁਲ ਸਹੀ ਹੈ। ਠੀਕ ਹੈ, 1940 ਦੇ ਵਿੱਚ ਇਹ ਸੈਸ਼ਨ ਹੁੰਦਾ ਜਾਂ ਇਜਲਾਸ ਹੁੰਦਾ। ਇਹਦਾ ਜੇਕਰ ਗੱਲ ਕਰੀਏ ਪ੍ਰਧਾਨ ਦੀ ਤਾਂ ਕੌਣ ਸੀਗੇ? ਮੁਹੰਮਦ ਅਲੀ ਜਿਨਾ। ਠੀਕ ਹੈ ਜੀ। ਔਰ ਪਾਕਿਸਤਾਨ ਦੀ ਮੰਗ ਤੋਂ ਜਿਹੜਾ ਪਾਕਿਸਤਾਨ ਸ਼ਬਦ ਸੀ ਉਹ ਕਿੰਨੇ ਬਣਾਇਆ ਸੀਗਾ ਜਾਂ ਕਿਹਦੇ ਦੁਆਰਾ ਜਿਹੜਾ ਅਪਣਾਇਆ ਗਿਆ ਸੀ? ਤਾਂ ਉਹ ਕੌਣ ਸੀਗੇ? ਚੌਧਰੀ ਰਹਿਮਤ ਅਲੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, ਹਰ ਅੱਖ ਤੋਂ ਹਰ ਹੰਝੂ ਪੂੰਝਣਾ ਨੂੰ ਆਪਣਾ ਉਦੇਸ਼ ਜਿਹੜਾ ਕਿੰਨੇ ਬਣਾਇਆ ਸੀ? ਮਤਲਬ ਹਰ ਅੱਖ ਦੇ ਵਿੱਚੋਂ ਹਰ ਹੰਝੂ ਨੂੰ ਪੂੰਝਣਾ, ਉਹ ਉਦੇਸ਼ ਜਿਹੜਾ ਕਿੰਨੇ ਬਣਾਇਆ ਸੀ? ਇਹ ਤੇ ਆਪਸ਼ਨ ਹੈ ਲੋਕਮਾਨਿਆ ਤਿਲਕ, ਬੀ ਤੇ ਹੈ ਸਰਦਾਰ ਪਟੇਲ, ਸੀ ਤੇ ਮਹਾਤਮਾ ਗਾਂਧੀ ਜੀ ਨੇ, ਡੀ ਤੇ ਜਵਾਹਰ ਲਾਲ ਨਹਿਰੂ। ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਮਹਾਤਮਾ ਗਾਂਧੀ ਜੀ ਨੇ ਜਿਹੜਾ ਇਹ ਉਦੇਸ਼ ਅਪਣਾਇਆ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਆਜ਼ਾਦ ਭਾਰਤ ਦਾ ਆਖਰੀ ਗਵਰਨਰ ਜਨਰਲ ਸੀ। ਦੇਖੋ ਆਜ਼ਾਦ ਭਾਰਤ ਦਾ ਆਖਰੀ ਗਵਰਨਰ ਜਨਰਲ ਕੌਣ ਬਣਿਆ? ਤਾਂ ਇਹ ਤੇ ਆਪਸ਼ਨ ਆਪਣੇ ਕੋਲੇ ਸੀ ਰਾਜਾ ਗੋਪਾਲਚਾਰੀ, ਬੀ ਤੇ ਹੈ ਲਾਰਡ ਕੈਨਿੰਗ, ਸੀ ਤੇ ਆਪਣੇ ਕੋਲੇ ਮਾਊਂਟ ਬੈਟਨ, ਡੀ ਤੇ ਲਾਰਡ ਡਲਹੌਜੀ। ਰਾਈਟ ਆਪਸ਼ਨ ਕੀ ਹੋ ਜਾਏਗੀ? ਸੀ ਗੋਪਾਲਾਚਾਰੀ। ਠੀਕ ਹੈ, ਪਹਿਲਾਂ ਵੀ ਸੀਗਾ ਆਜ਼ਾਦ ਭਾਰਤ ਦਾ ਤੇ ਬਾਅਦ ਦੇ ਵਿੱਚ ਇਹ ਆਖਰੀ ਬਣਿਆ ਸੀ। ਇਹ ਬਾਅਦ ਦੇ ਵਿੱਚ ਕੀ ਗਵਰਨਰ ਜਨਰਲ ਜਿਹੜੇ ਭਾਰਤ ਤੋਂ ਖਤਮ ਕਰ ਦਿੱਤੇ ਗਏ ਸਨ। ਉਪਾਧੀ ਜਿਹੜੀ ਖਤਮ ਕੀਤੀ ਗਈ ਸੀ, ਬੰਦੇ ਨਹੀਂ ਸੀ ਮਾਰੇ ਗਏ, ਕਿਤੇ ਬੰਦੇ ਸਮਝ ਲਓ। ਅੱਗੇ ਜੀ ਆਪਣੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਭਾਰਤੀ ਸੁਤੰਤਰਤਾ ਅਧਿਨਿਯਮ 1947 ਦੇ ਅਧੀਨ ਉਪਨਿਵੇਸ਼ਾਂ ਦੀ ਹੱਦਬੰਦੀ ਲਈ ਬਣਾਏ ਗਏ ਹੱਦਬੰਦੀ ਕਮਿਸ਼ਨ ਦਾ ਪ੍ਰਧਾਨ ਕੌਣ ਸੀ? ਦੇਖੋ ਆਪਾਂ ਨੂੰ ਪਤਾ ਨਾ ਜਿਹੜੀ ਲਾਈਨ ਬਣੀ ਹੋਈ ਆ ਭਾਰਤ ਤੋਂ ਇਹ ਪਾਕਿਸਤਾਨ ਦੇ ਵਿਚਕਾਰ, ਉਹ ਕਿਹੜੀ ਆਪਾਂ ਬੋਲਦੇ ਆ? ਰੈੱਡ ਕਲਿਫ। ਠੀਕ ਆ, ਤੇ ਜਿਹੜੀ ਅਫਗਾਨਿਸਤਾਨ ਦੇ ਵਿਚਕਾਰ ਸੀਗੀ ਉਹ ਕਿਹੜੀ ਸੀਗੀ? ਡੂਰੰਡ। ਠੀਕ ਆ, ਇਹ ਚੀਜ਼ਾਂ ਯਾਦ ਰੱਖਣੀਆਂ। ਤਾਂ ਉਹ ਬੰਦੇ ਦੇ ਨਾਮ ਤੋਂ ਹੀ ਸੀਗਾ
ਤਾਂ ਉਹ ਬੰਦਾ ਦੇਖੋ ਇਹਨਾਂ ਚੋਂ ਕਿਹੜਾ ਸੀਗਾ। ਇਹ ਆਪਸ਼ਨ ਹੈ ਆਪਣੇ ਕੋਲੇ ਸਾਇਰਿਲ ਰੈਡਕਲਿਫ, ਬੀ ਤੇ ਆ ਲਾਰਡ ਮਾਊਂਟਬੈਟਨ, ਸੀ ਤੇ ਆ ਸਟਾਫਰਡ ਕ੍ਰਿਪਸ, ਡੀ ਤੇ ਆ ਲਾਰਡ ਵੈਵਲ। ਤਾਂ ਆਪਣੇ ਕੋਲੇ ਸਹੀ ਆਪਸ਼ਨ ਹੋ ਜਾਏਗੀ ਜੀ ਸਾਇਰਿਲ ਰੈਡਕਲਿਫ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 16 ਨੰਬਰ ਪ੍ਰਸ਼ਨ ਹੈ, ਮਿੰਟੋ ਮੋਰਲੇ ਸੁਧਾਰਾਂ ਦਾ ਉਦੇਸ਼ ਸੀ। ਕੀ ਉਦੇਸ਼ ਸੀਗਾ ਜੀ? ਏ ਤੇ ਆਪਣੇ ਕੋਲੇ ਆਪਸ਼ਨ ਹੈ ਸਿੱਖਿਆ ਦਾ ਪੂਰਨ ਵਿਕਾਸ, ਬੀ ਤੇ ਹੈ ਸਰਕਾਰੀ ਵਿਰੋਧੀ ਤੱਤਾਂ ਨਾਲ ਸਰਕਾਰ ਦੀਆਂ ਵਿਸ਼ੇਸ਼ ਸ਼ਕਤੀਆਂ ਪ੍ਰਾਪਤ ਕਰਨ ਲਈ ਗੱਲਬਾਤ, ਸੀ ਤੇ ਹੈ ਮੁਸਲਮਾਨਾਂ ਲਈ ਅਲੱਗ-ਅਲੱਗ ਚੋਣ ਪ੍ਰਣਾਲੀਆਂ ਬਣਾਉਣਾ, ਡੀ ਤੇ ਹੈ ਭਾਰਤੀਆਂ ਨੂੰ ਉਪਨਿਵੇਸ਼ਾਂ ਦਾ ਦਰਜਾ ਦੇਣਾ। ਤਾਂ ਆਪਣੇ ਕੋਲੇ ਰਾਈਟ ਆਪਸ਼ਨ ਹੋ ਜਾਏਗੀ ਜੀ ਸੀ, ਮੁਸਲਮਾਨਾਂ ਲਈ ਅਲੱਗ-ਅਲੱਗ ਚੋਣ ਪ੍ਰਣਾਲੀ ਜਿਹੜੀ ਆ ਬਣਾਉਣਾ। ਤਾਂ ਇਹ ਸੀਗਾ ਮਿੰਟੋ ਮੋਰਲੇ ਸੁਧਾਰਾਂ ਦਾ ਉਦੇਸ਼। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕੌਣ 1942 ਵਿੱਚ ਭਾਰਤ ਛੱਡੋ ਅੰਦੋਲਨ ਦੀ ਨਾਇਕਾ ਦੇ ਤੌਰ ਤੇ ਜਾਣੀ ਜਾਂਦੀ ਹੈ? ਲੇਡੀਜ਼ ਪੁੱਛੀਏ ਜੀ ਆਪਣੇ ਕੋਲੋਂ ਇੱਥੇ। ਤਾਂ ਏ ਤੇ ਆਪਸ਼ਨ ਆਪਣੇ ਕੋਲੇ ਸਰੋਜਨੀ ਨਾਇਡੂ, ਬੀ ਤੇ ਹੈ ਅਰੁਣਾ ਆਸਿਫ ਅਲੀ, ਸੀ ਤੇ ਹੈ ਸੁਚੇਤਾ ਕਿਰਪਲਾਨੀ ਤੇ ਡੀ ਤੇ ਆਪਣੇ ਕੋਲੇ ਐਨੀ ਬੀਸੈਂਟ। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ ਜੀ। ਜਿਹੜੀ ਭਾਰਤ ਛੱਡੋ ਅੰਦੋਲਨ ਦੀ ਨਾਇਕਾ ਦੇ ਵਜੋਂ ਜਾਣੀ ਜਾਂਦੀ ਸੀ ਤਾਂ ਉਹ ਕੌਣ ਸੀਗੀ? ਅਰੁਣਾ ਆਸਿਫ ਅਲੀ। ਇਹ ਚੀਜ਼ਾਂ ਜਿਹੜੀਆਂ ਤੁਸੀਂ ਇੱਕ ਇੱਕ ਯਾਦ ਰੱਖਣੀਆਂ ਨੇ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਸੁਭਾਸ਼ ਚੰਦਰ ਬੋਸ ਮਾਰਚ 1941 ਦੇ ਵਿੱਚ ਭਾਰਤ ਤੋਂ ਛੁਪ ਕੇ ਡੈਸ਼ ਵਿੱਚ ਚਲੇ ਗਏ। ਕਿੱਥੇ ਚਲੇ ਗਏ ਸਨ? ਏ ਤੇ ਹੈ ਇਟਲੀ, ਬੀ ਤੇ ਹੈ ਜਾਪਾਨ, ਸੀ ਤੇ ਹੈ ਜਰਮਨੀ ਤੇ ਡੀ ਤੇ ਹੈ ਸੋਵੀਅਤ ਸੰਘ। ਤਾਂ ਆਪਣੇ ਕੋਲੇ ਰਾਈਟ ਆਪਸ਼ਨ ਹੋ ਜਾਏਗੀ ਜੀ ਜਰਮਨੀ। ਬਰਲਿਨ ਦੇ ਵਿੱਚੋਂ ਇਹਨਾਂ ਨੇ ਰੇਡੀਓ ਤੇ ਵੀ ਪ੍ਰਸਾਰਿਤ ਹੋਏ ਸਨ। ਇਹ ਵੀ ਮੈਂ ਜਿਹੜਾ ਕੁਐਸਚਨ ਪਹਿਲਾਂ ਕਰਵਾ ਚੁੱਕੇ। ਠੀਕ ਹੈ ਜੀ, ਜਦੋਂ ਮਹਾਤਮਾ ਗਾਂਧੀ ਜੀ ਨੂੰ ਕਹਿੰਦੇ ਨੇ ਕਿ ਸਾਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ। ਅੱਗੇ ਜੀ ਸਾਡੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ, ਭਾਰਤੀਆਂ ਨੇ ਪਹਿਲੀ ਵਾਰੀ ਆਜ਼ਾਦੀ ਦਿਹਾੜਾ ਮਨਾਇਆ। ਇਹ ਪਹਿਲਾ ਪ੍ਰਸ਼ਨ ਜਿਹੜਾ ਸੀ ਇਸੇ ਵੀਡੀਓ ਦਾ ਪਹਿਲਾ ਪ੍ਰਸ਼ਨ ਉਹੀ ਆ ਆਜ਼ਾਦੀ ਦੀ ਪ੍ਰਤੀਗਿਆ ਵਾਲਾ। ਠੀਕ ਹੈ, ਬਸ ਪ੍ਰਸ਼ਨ ਨੂੰ ਮੋਲਡ ਕਰਕੇ ਪਾਇਆ ਗਿਆ। ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਹੈ 26 ਜਨਵਰੀ 1950, ਬੀ ਤੇ ਹੈ 15 ਅਗਸਤ 1947, ਸੀ ਤੇ ਹੈ 26 ਜਨਵਰੀ 1930, ਡੀ ਤੇ ਹੈ 1 ਜਨਵਰੀ 1930। ਤਾਂ 26 ਜਨਵਰੀ 1930 ਜਿਹੜੀ ਆਪਸ਼ਨ ਹੈ ਰਾਈਟ ਹੋ ਜਾਏਗੀ ਆਪਣੇ ਕੋਲੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 20 ਨੰਬਰ ਪ੍ਰਸ਼ਨ ਹੈ, ਉੱਤਰ ਪੱਛਮੀ ਸਰਹੱਦ ਸੂਬੇ ਵਿੱਚ ਸਿਵਲ ਨਾਫਰਮਾਨੀ ਅੰਦੋਲਨ ਦੀ ਅਗਵਾਈ ਕਿਸ ਨੇ ਕੀਤੀ ਸੀ? ਉੱਤਰ ਪੱਛਮੀ ਸਰਹੱਦ ਸੀਮਾ ਪੁੱਛੀਏ। ਠੀਕ ਹੈ, ਸੂਬੇ ਦੇ ਵਿੱਚ। ਤਾਂ ਦੇਖੋ ਜੀ ਏ ਤੇ ਆਪਸ਼ਨ ਆਪਣੇ ਕੋਲੇ ਸੇਵਾ ਸਿੰਘ ਠਿਕਰੀ ਵਾਲਾ, ਬੀ ਤੇ ਹੈ ਸ਼ੇਖ ਮੁਹੰਮਦ ਅਬਦੁੱਲਾ, ਡੀ ਤੇ ਆਪਣੇ ਕੋਲੇ ਡਾਕਟਰ M.A. ਅੰਸਾਰੀ ਜੀ ਤੇ ਡੀ ਤੇ ਹੈ ਖਾਨ ਅਬਦੁਲ ਗਫਾਰ ਖਾਨ। ਤਾਂ ਦੇਖੋ ਜੀ ਰਾਈਟ ਆਪਸ਼ਨ ਕੀ ਹੋ ਜਾਏਗੀ? ਡੀ। ਠੀਕ ਹੈ, ਹੁਣ ਇਸ ਇਨਸਾਨ ਨੂੰ ਹੋਰ ਕੀ ਕਹਿ ਕੇ ਬੁਲਾਇਆ ਜਾਂਦਾ ਸੀ? ਇਹਨੂੰ ਕਿਹਾ ਜਾਂਦਾ ਸੀ ਸੀਮਾਂਤ ਗਾਂਧੀ। ਠੀਕ ਹੈ ਜੀ, ਸੀਮਾਂਤ ਗਾਂਧੀ। ਹੋਰ ਇਹਨੂੰ ਕੀ ਕਿਹਾ ਜਾਂਦਾ ਸੀਗਾ? ਹੋਰ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਪੱਛਮੀ ਗਾਂਧੀ ਵੀ ਕਿਹਾ ਜਾਂਦਾ ਸੀਗਾ। ਮਤਲਬ ਇਹ ਉੱਤਰ ਪੱਛਮ ਸੀਮਾ ਵਾਲੇ ਪਾਸੇ ਸੀਗੇ। ਠੀਕ ਹੈ, ਤਾਂ ਹੋਰ ਕੀ ਕਿਹਾ ਜਾਂਦਾ ਸੀ? ਇਹਨਾਂ ਨੂੰ ਕਿਹਾ ਜਾਂਦਾ ਸੀ ਫਰੰਟੀਅਰ ਗਾਂਧੀ। ਠੀਕ ਹੈ, ਮਤਲਬ ਗਾਂਧੀ ਜੀ ਤੋਂ ਬਾਅਦ ਇਹਨੇ ਜਗ੍ਹਾ ਲਈ ਸੀ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 21 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਨੇ ਮਰਨ ਵਰਤ ਡੈਸ਼ ਦੇ ਵਿਰੋਧ ਵਿੱਚ ਰੱਖਿਆ ਸੀ। ਮਰਨ ਵਰਤ ਜਿਹੜਾ ਸੀ ਕਿਹੜੇ ਵਿਰੋਧ ਦੇ ਵਿੱਚ ਰੱਖਿਆ ਸੀਗਾ? ਇਹ ਤੇ ਆਪਸ਼ਨ ਆਪਣੇ ਕੋਲੇ ਭਾਰਤ ਸਰਕਾਰ ਅਧਿਨਿਯਮ 1919, ਬੀ ਤੇ ਰੋਲਟ ਐਕਟ, ਸੀ ਤੇ ਬ੍ਰਿਟਿਸ਼ ਭਾਰਤ ਵਿੱਚ ਨਮਕ ਕਾਨੂੰਨ, ਡੀ ਤੇ ਰਾਮਸੇ ਮੈਕਡੋਨਾਲਡ ਦੇ ਫਿਰਕੂ ਸਨਮਾਨ ਵਾਸਤੇ। ਤਾਂ ਸੀ ਆਪਸ਼ਨ ਜਿਹੜੀ ਆ ਡੀ ਆਪਸ਼ਨ ਜਿਹੜੀ ਆ ਸਹੀ ਹੋ ਜਾਏਗੀ ਆਪਣੇ ਕੋਲੇ। ਠੀਕ ਹੈ, ਰਾਮਸੇ ਮੈਕਡੋਨਾਲਡ ਦੇ ਫਿਰਕੂ ਸਨਮਾਨ ਦੇ ਵਾਸਤੇ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ, ਦੋ ਰਾਸ਼ਟਰਾਂ ਦਾ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ? ਦੋ ਰਾਸ਼ਟਰ ਮਤਲਬ ਇੱਕ ਭਾਰਤ ਤੇ ਇੱਕ ਪਾਕਿਸਤਾਨ। ਇਹ ਸਿਧਾਂਤ ਕਿਹਨੇ ਦਿੱਤਾ ਸੀਗਾ? ਏ ਤੇ ਆਪਣੇ ਕੋਲੇ ਫਿਰੋਜ਼ ਸ਼ਾਹ ਮਹਿਤਾ, ਬੀ ਤੇ ਜਵਾਹਰ ਲਾਲ ਨਹਿਰੂ, ਸੀ ਤੇ ਮੁਹੰਮਦ ਅਲੀ ਜਿਨਾ ਤੇ ਡੀ ਤੇ WC ਬਨਰਜੀ। ਠੀਕ ਹੈ, ਵਿਮੇਸ਼ ਚੰਦਰ ਬਨਰਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਾਂਗਰਸ ਵਾਲੇ ਆਏਗੇ। ਠੀਕ ਹੈ, ਤਾਂ ਇਹ ਜਿਹੜਾ ਸੀ ਦੋ ਰਾਸ਼ਟਰਾਂ ਦਾ ਸਿਧਾਂਤ ਕਿਹਨੇ ਦਿੱਤਾ ਸੀਗਾ? ਪ੍ਰਸ਼ਨ ਆਪਾਂ ਨੂੰ ਇਹ ਪੁੱਛਿਆ ਤਾਂ ਇਹ ਦਿੱਤਾ ਸੀ ਤੇ ਮੁਹੰਮਦ ਅਲੀ ਜਿਨ੍ਹਾਂ ਨੇ 1940 ਦੇ ਵਿੱਚ ਜਦੋਂ ਪਾਕਿਸਤਾਨ ਦੀ ਜਿਹੜੀ ਆ ਮੰਗ ਉੱਠੀ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 23 ਨੰਬਰ ਪ੍ਰਸ਼ਨ ਹੈ, ਸਨ 1946 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਮੁਸਲਿਮ ਲੀਗ ਵਿਚਕਾਰ ਆਈ ਮੁੱਖ ਸਮੱਸਿਆ ਨੂੰ ਸੁਲਝਾਉਣ ਲਈ ਭਾਰਤ ਦਾ ਦੌਰਾ ਜਿਹੜਾ ਸੀ ਕਿਸ ਨੇ ਕੀਤਾ ਸੀ? ਕ੍ਰਿਪਸ ਮਿਸ਼ਨ ਨੇ, ਕੈਬਨਿਟ ਮਿਸ਼ਨ ਨੇ, ਸੀ ਤੇ ਸਾਈਮਨ ਕਮਿਸ਼ਨ ਨੇ ਤੇ ਡੀ ਤੇ ਇਹਨਾਂ ਵਿੱਚੋਂ ਕੋਈ ਨਹੀਂ।
ਤਾਂ ਕੈਬਨਿਟ ਮਿਸ਼ਨ ਹੀ ਆਇਆ ਸੀ ਜਿਹੜਾ ਕਾਂਗਰਸ ਤੇ ਮੁਸਲਿਮ ਲੀਗ ਦੇ ਵਿਚਕਾਰ ਆਪਾਂ ਕਵਾਂਗੇ ਸਮਝੌਤਾ ਕਰਵਾਉਣ ਦੇ ਲਈ ਆਇਆ ਸੀ। ਕ੍ਰਿਪਸ ਮਿਸ਼ਨ ਬਾਰੇ ਵੀ ਸਾਰਿਆਂ ਨੂੰ ਪਤਾ ਔਰ ਸਾਈਮਨ ਕਮਿਸ਼ਨ ਬਾਰੇ ਵੀ ਸਾਰਿਆਂ ਨੂੰ ਪਤਾ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ ਲਾਸਟ ਪ੍ਰਸ਼ਨ ਹੈ, ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਸੀਗਾ ਜਿਹੜਾ ਮੁੱਖ ਤੌਰ ਤੇ ਸੰਬੰਧਿਤ ਸੀ, ਉਹ ਕਿਹਦੇ ਨਾਲ, ਜਾਂ ਉਹਨਾਂ ਦੇ ਜਿਹੜੇ ਲੋਕ ਸੀਗੇ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਉਹ ਕਿਹਦੇ ਨਾਲ ਸੰਬੰਧਿਤ ਸਨ? ਏ ਤੇ ਆਪਸ਼ਨ ਹੈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਲ ਸੈਨਾ ਵਿਦਰੋਹ ਨਾਲ, ਬੀ ਤੇ ਆ ਗਦਰ ਅੰਦੋਲਨ ਨਾਲ, ਸੀ ਤੇ ਆ ਭਾਰਤੀ ਗਣਤੰਤਰਵਾਦੀ ਦਲ ਨਾਲ, ਤੇ ਡੀ ਤੇ ਆਜ਼ਾਦ ਹਿੰਦ ਫੌਜ ਯਾਨੀ ਕਿ ਸੁਭਾਸ਼ ਚੰਦਰ ਵਾਲੀ ਜਿਹੜੀ ਫੌਜ ਸੀਗੀ। ਤਾਂ ਆਪਣੇ ਕੋਲੇ ਰਾਈਟ ਆਪਸ਼ਨ ਕੀ ਹੋ ਜਾਏਗੀ ਜੀ? ਗਦਰ ਅੰਦੋਲਨ ਦੇ ਨਾਲ ਸੰਬੰਧਿਤ ਸੀ ਕਾਮਾਗਾਟਾ ਜਹਾਜ਼ ਮਾਰੂ ਜਿਹੜੀ ਜਹਾਜ਼ ਦੀ ਘਟਨਾ ਹੋਈ ਸੀ। ਤਾਂ ਵਿਦਿਆਰਥੀ ਸਾਥੀਓ ਇਹ ਸੀਗਾ ਅੱਜ ਦਾ ਆਪਣਾ ਲਾਸਟ ਪ੍ਰਸ਼ਨ। ਵਿਦਿਆਰਥੀ ਸਾਥੀਓ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਸਾਡੀਆਂ ਵੀਡੀਓਜ਼ ਜਿਹੜੀਆਂ ਨੇ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ। ਔਰ ਵਿਦਿਆਰਥੀ ਸਾਥੀਓ ਜੇਕਰ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੇ ਪ੍ਰਸ਼ਨ ਸੰਬੰਧੀ ਕੋਈ ਦਿੱਕਤ ਹੈ ਤਾਂ ਕਮੈਂਟ ਕਰਕੇ ਜਰੂਰ ਸਾਡੇ ਕੋਲੋਂ ਪੁੱਛ ਸਕਦਾ, ਉਸ ਦੀ ਜਿਹੜੀ ਹੈ ਜਿਹੜਾ ਡਾਊਟ ਹੋਊਗਾ ਉਹ ਕਲੀਅਰ ਕਰ ਦਿੱਤਾ ਜਾਊਗਾ। ਵਿਦਿਆਰਥੀ ਸਾਥੀਓ ਕੁੱਬਲ ਲਰਨੌਲਜੀ ਫ੍ਰੀ ਐਜੂਕੇਸ਼ਨ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।